ਵਾਹਿਗੁਰੂ ਸਾਹਿਬ ਜੀ। ਗੁਰੂ ਨਾਨਕ ਅੰਗਦ ਗੁਰੂ ਅਮਰਦਾਸ ਪਦ ਬੰਦ ਰਾਮਦਾਸ ਅਰਜੁਨ ਗੁਰੂ ਬਰ ਸ੍ਰੀ ਹਰਗੋਬਿੰਦ ਹਰਿ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਵਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕਉ ਬੰਦਨਾ ਸਿਰ ਚਰਨਨ ਪਰ ਧਾਰ ਕਹਾਂ ਬੁੱਧ ਪ੍ਰਭ ਤੁਛ ਹਮਾਰੀ ਵਰਨ ਸਕਹਿ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲੇਹੋ ਤੁਮ ਕਥਾ ਸੁਧਾਰੀ ਖਾਲਸਾ ਮੇਰੋ ਰੂਪ ਹੈ ਖਾਸ ਖਾਲਸੇ ਮੈਂ ਹੋਂ ਕਰੂੰ ਨਿਵਾਸ ਖਾਲਸਾ ਮੇਰੀ ਜਾਨ ਕੀ ਜਾਨ ਖਾਲਸਾ ਮੇਰੋ ਪਿੰਡ ਪ੍ਰਾਨ ਏਕ ਓੰਕਾਰਾ ਸਤਿਗੁਰੂ ਤਿਹ ਪ੍ਰਸਾਦ ਸਚ ਹੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਇ ਵਾਹਿਗੁਰੂ ਜੀ ਕੀ ਫਤਿਹ ਬਿਘਨ ਬਿਨਾਸਨ ਸੋਇ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। चौपई अब सुन फिर सबन की बात जिन जिन आई थी बिदन रात। अब सुन फिर सबन की बात जिन जिन आई थी बिदन रात। जो जंगल में पूजे सो बाँचे कुछ कु माजे बड़ लुक मुड़ खाचे। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਜਗਤ ਗੁਰੂ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ। ਧੰਨ ਧੰਨ ਪੰਥ ਦੇ ਵਾਲੀ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸਾਂ ਪਾਤਸ਼ਾਹੀਆਂ ਦੀ ਹਿਰਦੇ ਦੀ ਪ੍ਰਤੱਖ ਜੋਤ ਹਾਜ਼ਰਾ ਹਜ਼ੂਰ ਜ਼ਾਹਰਾ ਜ਼ਹੂਰ ਸਤਿਗੁਰੂ ਬਾਣੀ ਗੁਰੂ ਸ਼ਬਦ ਗੁਰੂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਸਾਜੀ ਔਰ ਨਿਵਾਜੀ ਗੁਰੂ ਖਾਲਸਾ ਸਾਧ ਸੰਗਤ ਜੀ। ਅਕਾਲ ਪੁਰਖ ਵਾਹਿਗੁਰੂ ਅੰਤਰਜਾਮੀ ਦੀ ਅਪਰੰਪਾਰ ਕਿਰਪਾ ਰਹਿਮਤ ਬਖਸ਼ਿਸ਼ ਦਾ ਸਦਕਾ ਗੁਰਦੁਆਰਾ ਗੁਰੂ ਨਾਨਕ ਪ੍ਰਕਾਸ਼ ਕਵੈਂਟਰੀ UK ਦੀ ਧਰਤੀ ਦੇ ਉੱਤੇ ਆਪਾਂ ਸੰਧਿਆ ਦੇ ਸਮੇਂ ਸਤਿਗੁਰੂ ਜੀ ਦੀ ਪਾਵਨ ਗੋਦ ਵਿੱਚ ਸਤਸੰਗ ਦੀਆਂ ਅਮੋਲਕ ਘੜੀਆਂ ਦਾ ਲਾਭ ਪ੍ਰਾਪਤ ਕਰ ਰਹੇ ਹਾਂ। ਸਾਹਿਬ ਜੀ ਨੇ ਕਿਰਪਾ ਕੀਤੀ ਹੈ
ਸੰਧਿਆ ਦੇ ਸਮੇਂ ਨਿਤਨੇਮ ਦੀ ਬਾਣੀ ਪੰਥਕ ਮਰਿਆਦਾ ਮੁਤਾਬਕ ਪੜ੍ਹੀ ਗਈ ਹੈ। ਰਹਿਰਾਸ ਸਾਹਿਬ ਜੀ ਦੇ ਪਾਠ ਹੋਏ ਹਨ। ਉਪਰੰਤ ਅਰਦਾਸ ਬੇਨਤੀ ਸਤਿਗੁਰਾਂ ਨੇ ਪਾਵਨ ਸ਼੍ਰੀ ਮੁਖਵਾਕ ਦੀ ਬਖਸ਼ਿਸ਼ ਕੀਤੀ ਹੈ। ਨੇਤਾ ਪ੍ਰਤੀ ਦੇ ਨੇਮ ਦੇ ਮੁਤਾਬਕ ਇਸ ਵੇਲੇ ਇਤਿਹਾਸ ਦੀ ਕਥਾ ਦਾ ਸਮਾਂ ਹੋਇਆ। ਇਤਿਹਾਸ ਦੀ ਕਥਾ ਦੀਵਾਨ ਵਿੱਚ ਆਪ ਜੀ ਗੁਰੂ ਕੇ ਖਾਲਸੇ ਪੰਥ ਦਾ ਇਤਿਹਾਸ ਲੜੀਵਾਰ ਰੂਪ ਵਿੱਚ ਨੇਤਾ ਪ੍ਰਤੀ ਪ੍ਰਾਚੀਨ ਪੰਥ ਪ੍ਰਕਾਸ਼ ਦੇ ਵਿੱਚੋਂ ਸਰਵਣ ਕਰ ਰਹੇ ਹੋ। ਮਹਾਕਵੀ ਭਾਈ ਰਤਨ ਸਿੰਘ ਜੀ ਭੰਗੂ ਉਹਨਾਂ ਦੀ ਪਾਵਨ ਕਲਮ ਤੋਂ ਗੁਰੂ ਬਖਸ਼ਿਸ਼ ਸਦਕਾ ਜੋ ਖਾਲਸੇ ਪੰਥ ਦਾ ਇਤਿਹਾਸ ਪੰਥ ਦੀ ਝੋਲੀ ਪਿਆ ਹੈ, ਪੰਥ ਤੱਕ ਪਹੁੰਚਿਆ ਹੈ। ਇਸ ਦੀ ਕਥਾ ਸਰਵਣ ਕਰਦਿਆਂ ਕਰਦਿਆਂ ਬੀਤੇ ਕੱਲ ਆਪਾਂ ਨੇ ਸਰਵਣ ਕੀਤਾ ਕਿ ਕਿਵੇਂ ਕਾਹਨੂੰਵਾਨ ਦੇ ਛੰਭ ਦੇ ਵਿੱਚ ਦੀਵਾਨ ਲਖਪਤ ਰਾਏ ਵੱਲੋਂ ਸਿੰਘਾਂ ਦੇ ਉੱਤੇ ਬਹੁਤ ਜ਼ਿਆਦਤੀ ਕੀਤੀ ਗਈ। ਛੋਟਾ ਘੱਲੂਘਾਰਾ ਵਰਤਾਇਆ ਗਿਆ, ਜੰਗਲ ਨੂੰ ਅੱਗ ਲਾ ਦਿੱਤੀ ਗਈ। ਸਿੰਘਾਂ ਦਾ ਖੁਰਾ ਖੋਜ ਮਿਟਾਉਣ ਦਾ ਇਹਨੇ ਮਨ ਵਿੱਚ ਤਹੱਈਆ ਕੀਤਾ ਸੀ, ਕਿਉਂਕਿ ਖਾਲਸੇ ਨੇ ਭਾਈ ਨਿਬਾਹੂ ਸਿੰਘ ਤੋਂ ਸਤਿਗੁਰੂ ਨੇ ਸੇਵਾ ਲਈ ਸੀ। ਇਹਦੇ ਭਰਾ ਜਸਪਤ ਰਾਏ ਦਾ ਸਿਰ ਵੱਢ ਲਿਆ ਸੀ ਹਾਥੀ ਦੇ ਉੱਤੇ ਚੜ੍ਹ ਕੇ। ਤਾਂ ਖਾਲਸੇ ਦੇ ਉੱਤੇ ਅਤ ਵਿਪਤਾ ਦਾ ਸਮਾਂ ਹੈ। ਤੇ ਸਾਧ ਸੰਗਤ ਜੀ, ਖਾਲਸੇ ਦਾ ਮਤਾ ਆਪਸ ਦੇ ਵਿੱਚ ਘੇਰੇ ਦੌਰਾਨ ਇਹ ਹੋਇਆ ਕਿ ਸਾਰਿਆਂ ਦਾ ਇੱਕ ਪਾਸਿਓਂ ਬਚ ਕੇ ਲੰਘਣਾ ਬੜਾ ਮੁਸ਼ਕਿਲ ਹੈ। ਗੁਰੀਲਾ ਤਰੀਕੇ ਦੇ ਨਾਲ ਜਿਵੇਂ ਹਮਲਾ ਕਰਦੇ ਸਨ ਅਲੱਗ-ਅਲੱਗ ਪਾਸਿਆਂ ਤੋਂ, ਉਸੇ ਤਰ੍ਹਾਂ ਹੁਣ ਬਚ ਨਿਕਲਣ ਦਾ ਵੀ ਰਸਤਾ ਉਸੇ ਤਰ੍ਹਾਂ ਦਾ ਅਪਣਾਉਣਾ ਪਵੇਗਾ। ਜਿਹੜੇ ਤਾਂ ਸਨ ਘੋੜਸਵਾਰ ਸਿੰਘ, ਉਹਨਾਂ ਵਾਸਤੇ ਹੁਕਮ ਹੋਇਆ ਬਾਬਾ ਸੁੱਖਾ ਸਿੰਘ ਜੀ ਵਰਗੇ, ਨਵਾਬ ਕਪੂਰ ਸਿੰਘ ਵਰਗੇ, ਸਰਦਾਰ ਜੱਸਾ ਸਿੰਘ ਆਹਲੂਵਾਲੀਆ ਵਰਗੇ ਸਰਦਾਰ ਜਥੇਦਾਰ ਮਾਲਵੇ ਵੱਲ ਨੂੰ ਉਹ ਜਾਣਗੇ ਘੋੜਸਵਾਰ, ਜੰਗਲ ਦੇਸ਼ ਵਿੱਚ ਉੱਥੇ ਜਾਣਗੇ, ਉੱਥੇ ਇਹ ਵਿਪਤਾ ਦਾ ਸਮਾਂ ਕੱਟਣਗੇ। ਜਿਹੜੇ ਪੈਦਲ ਸਿੰਘ ਸਨ ਜਿਨ੍ਹਾਂ ਦੇ ਘੋੜੇ ਸ਼ਹੀਦ ਹੋ ਚੁੱਕੇ ਸਨ, ਤਾਂ ਉਹਨਾਂ ਵਾਸਤੇ ਹੁਕਮ ਹੋਇਆ ਕਿ ਉਹ ਬਸੋਲੀ ਦੀਆਂ ਪਹਾੜੀਆਂ ਵਾਲੇ ਪਾਸੇ, ਕਠੂਏ ਵਾਲੇ ਪਾਸੇ, ਪਿਛਾਂ ਹਿਮਾਚਲ ਵਾਲੇ ਪਾਸੇ, ਉਹ ਪਹਾੜਾਂ ਵਾਲੇ ਪਾਸੇ ਨਿਕਲ ਜਾਣ। ਕੁਝ ਸਿੰਘ ਰਾਵੀ ਦਰਿਆ ਵਾਲੇ ਪਾਸੇ ਨਿਕਲੇ, ਉਹ ਵੀ ਰਾਵੀ ਨੇ ਆਪਣੇ ਤੇਜ਼ ਵੇਗ ਦੀ ਲਪੇਟ ਦੇ ਵਿੱਚ ਲੈ ਲਏ। ਇਸ ਤਰ੍ਹਾਂ ਬਹੁਤ ਵੱਡਾ ਨੁਕਸਾਨ ਛੋਟੇ ਘੱਲੂਘਾਰੇ ਵਿੱਚ ਪੰਥ ਦਾ ਹੋਇਆ। 18-20 ਹਜ਼ਾਰ ਸਿੱਖ ਸ਼ਹੀਦ ਹੋਇਆ ਉੱਥੇ। ਕੱਲ ਆਪਾਂ ਸੁਣਿਆ ਸੀ ਜਿਹੜੇ ਸਿੰਘ ਪਹਾੜੀ ਰਿਆਸਤਾਂ ਵਿੱਚ ਗਏ, ਉਹਨਾਂ ਦੇ ਨਾਲ ਪਹਾੜੀ ਲੋਕਾਂ ਨੇ ਬਹੁਤ ਮਾੜਾ ਵਰਤਾਓ ਕੀਤਾ। ਸਿੰਘ ਪਹਾੜਾਂ ਤੇ ਚੜ੍ਹਦੇ ਸਨ, ਸ਼ਰਣੀ ਗਏ ਸਨ ਇੱਕ ਤਰੀਕੇ ਦੇ ਨਾਲ ਉਹਨਾਂ ਦੀਆਂ ਰਿਆਸਤਾਂ ਵਿੱਚ, ਪਰ ਉਹਨਾਂ ਕਿਰਤਘਣ ਲੋਕਾਂ ਨੇ ਵੀ ਸਿੰਘਾਂ ਨੂੰ ਚੁਣ ਚੁਣ ਕੇ ਮਾਰਿਆ, ਸ਼ਹੀਦ ਕੀਤੇ ਗਏ। ਜਿੱਥੇ ਇਕੱਲਾ ਦੁਕੱਲਾ ਮਿਲ ਜਾਂਦਾ ਸਿੰਘ ਸ਼ਹੀਦ ਕਰ ਦਿੰਦੇ ਸਨ। ਪਿਛਲਾ ਵੈਰ ਚੇਤੇ ਕੀਤਾ, ਕਹਿੰਦੇ ਸਨ ਇਹ ਬਾਬਾ ਬੰਦਾ ਸਿੰਘ ਬਹਾਦਰ ਦੇ ਸਾਥੀ ਹੈ ਜਿਹੜੇ ਸਾਡੇ ਤੇ ਹਮਲਾਵਰ ਹੋ ਕੇ ਆਏ ਸਨ। ਸੋ ਹੁਣ ਇਹ ਸਾਡੇ ਦਾਅ ਥੱਲੇ ਆਏ ਆ ਤੇ ਇਹਨਾਂ ਦੇ ਵਿੱਚੋਂ ਕੋਈ ਬਚ ਕੇ ਨਹੀਂ ਜਾਣਾ ਚਾਹੀਦਾ। ਬੜਾ ਵਿਪਤਾ ਦਾ ਸਮਾਂ, ਕੁਝ ਖਾਣ ਨੂੰ ਨਹੀਂ, ਕੁਝ ਪੀਣ ਨੂੰ ਨਹੀਂ, ਪੈਰਾਂ ਵਿੱਚ ਜੋੜਾ ਨਹੀਂ, ਪਹਿਨਣ ਨੂੰ ਤਨ ਦੇ ਉੱਤੇ ਬਸਤਰ ਕੋਈ ਨਹੀਂ। ਜਿੱਥੋਂ ਕਿਤੋਂ ਮਿਲਦਾ ਸਿੰਘ ਛਕ ਛਕਾ ਲੈਂਦੇ, ਕੱਚਾ ਪੱਕਾ, ਫਸਲਾਂ ਪੱਟ ਕੇ, ਇਸੇ ਤਰ੍ਹਾਂ ਕੋਈ ਫਲ ਫਰੂਟ ਆਦਿਕ ਜੋ ਮਿਲ ਜਾਂਦਾ ਸਿੰਘ ਛਕ ਲੈਂਦੇ।
ਮੁੱਲ ਪਹਾੜੀਏ ਕੋਈ ਚੀਜ਼ ਦਿੰਦੇ ਨਹੀਂ ਸਨ। ਜੇ ਸਿੰਘ ਜਾਂਦੇ ਵੀ ਨਾ ਲੈਣ ਤੇ ਉਹ ਮਨਾ ਕਰ ਦਿੰਦੇ ਸਨ, ਸਾਡੀ ਦੁਕਾਨ ਦੇ ਉੱਤੇ ਨਹੀਂ ਹੈ। ਲੁੱਟ ਸਕਦੇ ਨਹੀਂ ਸਨ, ਇਕੱਲੇ ਇਕੱਲੇ ਸਨ, ਜਥੇਬੰਦਕ ਨਹੀਂ ਸਨ ਉਧਰਲੇ ਪਾਸੇ। ਬਗਾਨੇ ਦੇਸ਼ ਵਿੱਚ ਲੁੱਟ ਖਸੁੱਟ ਕਰਨੀ, ਖਤਰਾ ਮੁੱਲ ਲੈਣਾ ਸੀ, ਕਿਉਂਕਿ ਪਹਾੜੀ ਰਾਜੇ, ਰਿਆਸਤ ਦੇ ਲੋਕ, ਉਹਨਾਂ ਨੇ ਪਕੜ ਪਕੜ ਕੇ ਸਿੰਘਾਂ ਨੂੰ ਸ਼ਹੀਦ ਕਰ ਦੇਣਾ ਸੀ। ਝੜਪਾਂ ਹੁੰਦੀਆਂ ਰਹੀਆਂ, ਸਿੰਘ ਸ਼ਹੀਦ ਹੁੰਦੇ ਰਹੇ। ਕੋਈ ਪਹਾੜਾਂ ਤੇ ਚੜ੍ਹਦਾ, ਡੂੰਘੀਆਂ ਖੱਡਾਂ ਵਿੱਚ ਡਿੱਗ ਪੈਂਦਾ। ਇਉਂ ਉਹ ਸਾਰਾ ਜਿਹੜਾ ਸੀ ਵਰਤਾਰਾ ਵਰਤਦਾ ਰਿਹਾ। ਫਿਰ ਕੁਝ ਕੁ ਸਿੰਘਾਂ ਨੇ ਭੇਸ ਬਦਲਿਆ, ਜਟਾ ਜੂਟ ਸਾਧੂ ਬਣ ਗਏ ਕੁਝ। ਇਸ ਤਰੀਕੇ ਦੇ ਨਾਲ ਉਹਨਾਂ ਨੇ ਗੁਜ਼ਾਰਾ ਕੀਤਾ। ਤੇ ਕੁਝ ਕੁ ਨੇ ਇਹਨਾਂ ਰਿਆਸਤਾਂ ਦੇ ਵਿੱਚ, ਮੰਡੀ ਦੇ ਵਿੱਚ, ਇਸੇ ਤਰ੍ਹਾਂ ਨਕਟੀ ਰਾਣੀ ਦੇ ਕੋਲ ਜਾ ਕੇ ਨੌਕਰੀਆਂ ਕੀਤੀਆਂ ਉਹਨਾਂ ਦੇ ਦਰਬਾਰ ਵਿੱਚ। 6 ਮਹੀਨੇ ਔਖੇ ਸੌਖੇ ਲੰਘਾ ਲਏ ਵੀ ਚਲੋ ਘੱਟੋ ਘੱਟ ਲੰਗਰ ਪ੍ਰਸ਼ਾਦਾ ਤਾਂ ਮਿਲੇਗਾ ਨਾ। ਮਾਇਆ ਤਾਂ ਬਹੁਤੀ ਜੁੜੀ ਨਹੀਂ, ਇਸੇ ਕਰਕੇ ਫਿਰ ਆ ਗਏ ਵਾਪਸ। ਕਿਉਂਕਿ ਅੱਗੇ ਜਦੋਂ ਇਹ ਕਾਹਨੂੰਵਾਨ ਦਾ, ਇਹ ਸਾਕਾ ਵਰਤਦਾ, ਛੋਟਾ ਘੱਲੂਘਾਰਾ ਵਾਪਰਦਾ, ਇਹ ਮਈ ਜੂਨ ਮਹੀਨਿਆਂ ਦੀ, ਜੇਠ ਹਾੜ ਦੀ ਗੱਲ ਹੈ। ਬਹੁਤ ਗਰਮੀ ਦੇ ਦਿਨ ਸਨ। ਖੈਰ ਗਰਮੀਆਂ ਦੇ ਵਿੱਚ ਪਹਾੜਾਂ ਵਿੱਚ ਰਹਿਣਾ ਕੋਈ ਇੰਨਾ ਔਖਾ ਨਹੀਂ ਸੀ ਖਾਲਸੇ ਵਾਸਤੇ, ਪਰ ਅੱਗੇ ਸਰਦੀ ਆ ਰਹੀ ਸੀ। ਇਸ ਕਰਕੇ ਵਸਤਰਹੀਣ ਹੋਣ ਕਰਕੇ ਉਹਨਾਂ ਨੂੰ ਆਉਣਾ ਪਿਆ। ਤੇ ਹੌਲੀ ਹੌਲੀ ਸਿੰਘ ਫਿਰ ਇਹਨਾਂ ਰਿਆਸਤਾਂ ਦੇ ਵਿੱਚੋਂ ਦੀ ਗੁਜ਼ਰਦੇ ਗੁਜ਼ਰਦੇ ਤੇ ਕੀਰਤਪੁਰ ਸਾਹਿਬ ਵਾਲੇ ਪਾਸੇ ਇਕੱਤਰ ਹੋਣੇ ਸ਼ੁਰੂ ਹੋ ਗਏ ਸਰਦੀਆਂ ਦੇ ਵਿੱਚ। ਉੱਥੇ ਆ ਕੇ ਇੱਕ ਦੂਜੇ ਨੂੰ ਚਿੱਠੀ ਪੱਤਰ ਲਿਖੇ। ਇੱਕ ਦੂਜੇ ਤੋਂ ਪਤਾ ਲੱਗਦਾ ਵੀ ਤੁਹਾਡੇ ਨਾਲ ਦਾ ਸਿੰਘ, ਉਹ ਤਾਂ ਜੀ ਉਸ ਤੋਂ ਬਾਅਦ ਦੇਖਿਆ ਨਹੀਂ। ਅਨੁਮਾਨ ਲਾ ਲੈਂਦੇ ਸਨ ਸ਼ਹੀਦ ਹੋ ਕੇ ਹੋਣੇ ਆ। ਉਧਰ ਬਾਕੀ ਦੇ ਸਿੰਘ ਜਿਹੜੇ ਸਨ, ਬਾਬਾ ਸੁੱਖਾ ਸਿੰਘ ਮਾੜੀ ਕੰਬੋਕੀ ਜਥੇਦਾਰ, ਤੇ ਇਸ ਪ੍ਰਕਾਰ ਹੋਰ ਸਿੰਘ ਮਾਲਵੇ ਦੇ ਨਗਰਾਂ ਦੇ ਵਿੱਚ ਚਲੇ ਗਏ। ਕਿਸੇ ਨਗਰ ਵਿੱਚ 10 ਸਿੰਘ ਰਹਿੰਦੇ, ਕਿਸੇ 'ਚ 20, ਕਿਤੇ 50। ਇਸ ਤਰ੍ਹਾਂ ਅਲੱਗ-ਅਲੱਗ ਨਗਰਾਂ ਵਿੱਚ ਲੰਮਾ ਸਮਾਂ ਰਹਿਣਾ ਸੀ। ਨਾਲ ਘੋੜੇ ਵੀ ਸਨ, ਸਿੰਘਾਂ ਦਾ ਵੀ ਖਰਚਾ ਸੀ। ਇੱਕ ਨਗਰ ਦੇ ਉੱਤੇ ਕੋਈ ਵਾਧੂ ਵਜਨ ਬੋਝ ਨਾ ਪਵੇ, ਇਸ ਕਰਕੇ ਖਾਲਸਾ ਵੰਡ ਕੇ ਥੋੜ੍ਹੇ ਥੋੜ੍ਹੇ ਸਿੰਘ ਜਿਹੜੇ ਆ ਜੱਥੇ, ਛੋਟੇ ਛੋਟੇ ਜੱਥਿਆਂ ਦੇ ਰੂਪ ਵਿੱਚ ਅਲੱਗ-ਅਲੱਗ ਨਗਰਾਂ ਵਿੱਚ ਰਹੇ। ਕੋਈ ਜੈਤੋ ਰਹੇ, ਕੋਈ ਬਠਿੰਡੇ ਰਹੇ, ਕੋਈ ਰਾਮਪੁਰਾ ਫੂਲ, ਕੋਈ ਮੌੜ ਮੰਡੀ, ਕੋਈ ਮਾਨਸਾ, ਕੋਈ ਤਲਵੰਡੀ ਸਾਬੋ, ਇਸੇ ਤਰ੍ਹਾਂ ਭਗਤਾ ਭਾਈ ਕਾ, ਭਾਈ ਰੂਪਾ, ਬਰਨਾਲੇ ਤੱਕ। ਸਿੰਘ ਇਸ ਮਾਲਵੇ ਦੇ ਇਲਾਕੇ ਵਿੱਚ ਬੜੀ ਸੇਵਾ ਆਪਣੇ ਭਰਾਵਾਂ ਦੀ ਵਿਪਤਾ ਦੇ ਸਮੇਂ ਮਾਲਵੇ ਦੇ ਲੋਕਾਂ ਨੇ ਕੀਤੀ। ਉਸ ਤੋਂ ਅੱਗੇ ਜਿਵੇਂ ਫਿਰ ਹੁਣ ਇਤਿਹਾਸ ਆ ਰਿਹਾ ਹੈ ਇਹ ਮਾਲਵੇ ਦੇ ਸਿੰਘਾਂ ਦਾ, ਤੇ ਸ਼ਹੀਦਾਂ ਦੀ ਗਿਣਤੀ ਮਿਣਤੀ ਇਤਿਹਾਸਕਾਰਾਂ ਨੇ ਕੀ ਲਿਖੀ ਹੈ ਉਹ ਆਪਾਂ ਬੜੇ ਪਿਆਰ ਦੇ ਸਹਿਤ ਅੱਗੇ ਖਾਲਸੇ ਪੰਥ ਦਾ ਇਤਿਹਾਸ ਸਰਵਣ ਕਰੀਏ। ਮਨ ਬਿਰਤੀਆਂ ਦੀ ਇਕਾਗਰਤਾ ਦੇ ਲਈ ਉਚਾਰਨ ਕਰੋ ਸਤਿਨਾਮ ਸ੍ਰੀ ਵਾਹਿਗੁਰੂ। ਚੌਪਈ ਅਬ ਸੁਨ ਫਿਰ ਸਭਨ ਕੀ ਬਾਤ। ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ ਐ ਸਰੋਤਾ ਜਨੋ, ਖਾਲਸਾ ਜੀ ਹੁਣ ਸਿੰਘਾਂ ਦੀ ਗੱਲ ਸੁਣੋ। ਖਾਲਸਾ ਪੰਥ ਫਿਰ ਕਿਵੇਂ ਇਕੱਤਰ ਹੋਇਆ, ਜਿਨ੍ਹਾਂ ਨੇ ਐਡੇ ਦੁੱਖ ਭੁੱਖ ਦੇ ਦੁੱਖਾਂ ਨੂੰ ਸਹਾਰਿਆ, ਉਹਨਾਂ ਸਾਰਿਆਂ ਦੀ ਵਾਰਤਾ, ਸਾਰਿਆਂ ਦੀ ਸਾਖੀ ਮੈਂ ਸੁਣਾਉਂਦਾ ਹਾਂ। ਜਿਨ੍ਹਾਂ ਸਿੰਘਾਂ ਦੇ ਉੱਤੇ ਇਹ ਵਿਧਨ ਦੀ ਰਾਤ, ਬੜੀ ਕਠਿਨਾਈ ਵਾਲੀ ਰਾਤ, ਬੜੀ ਮੁਸ਼ਕਲਾਂ ਵਾਲੀ ਰਾਤ ਆਈ। ਬਹੁਤ ਔਖਾ ਵਿਪਤਾ ਦਾ ਸਮਾਂ ਜਿਨ੍ਹਾਂ ਦੇ ਉੱਤੇ ਆਇਆ। ਕਿੰਨੀਆਂ ਰਾਤਾਂ ਮੌਤ ਨੂੰ ਨੇੜੇ ਹੋ ਕੇ ਸਿੰਘਾਂ ਨੇ ਤੱਕਿਆ, ਉਹਨਾਂ ਦਾ ਇਤਿਹਾਸ ਦੱਸ ਰਿਹਾ ਹਾਂ। ਜੋ ਜੰਗਲ ਮੈਂ ਪੂਜੇ ਸੋ ਬਾਂਚੇ। ਜਿਹੜੇ ਸਿੰਘ ਕਾਹਨੂੰਵਾਨ ਛੰਭ ਦੇ ਵਿੱਚੋਂ ਘੋੜ ਸਵਾਰ ਹੋ ਕੇ ਜੰਗਲ ਦੇਸ਼ ਦੇ ਵਿੱਚ, ਮਾਲਵੇ ਦੇਸ਼ ਦੇ ਵਿੱਚ ਚਲੇ ਗਏ ਭਾਈ ਸੁੱਖਾ ਸਿੰਘ ਜੀ ਹੋਰਾਂ ਦੇ ਨਾਲ, ਉਹਨਾਂ ਦਾ ਬਚਾਅ ਹੋ ਗਿਆ, ਉਹ ਬਚ ਗਏ ਸਨ। ਜੋ ਜੰਗਲ ਮੈਂ ਪੂਜੇ ਸੋ ਬਾਂਚੇ। ਹਾਂ, ਜਿਹੜੇ ਜੰਗਲ ਵਿੱਚ ਪਹੁੰਚ ਗਏ ਸਨ ਉਹਨਾਂ ਦਾ ਬਚਾਅ ਹੋਇਆ। ਕੁਝ ਕੁ ਮਾਝੇ ਵੜ ਲੁਕ ਮੁੜ ਹਾਚੇ। ਤੇ ਸਿੰਘ ਜਿਹੜੇ ਕੁਝ ਕੁ ਮਾਝੇ ਦੇ ਵਿੱਚ ਦਾਖਲ ਹੋ ਗਏ ਸੀ, ਉਹ ਲੁਕ ਛਿਪ ਕੇ ਸਾਧ ਸੰਗਤ ਜੀ ਉਹਨਾਂ ਨੇ ਵੀ ਆਪਣਾ ਬਚਾਅ ਕੀਤਾ। ਭੇਸ ਵਟਾ ਕੇ ਉਹ ਰਹਿੰਦੇ ਰਹੇ, ਨਿਰਵਾਹ ਕੀਤਾ। ਕੁਝ ਲੁਕ ਛਿਪ ਕੇ ਜਿਹੜੇ ਇਉਂ ਫਿਰ ਮਾਝੇ ਵਿੱਚ ਵਾਪਸ ਪਰਤ ਆਏ ਸਨ। ਉਹ ਜੋ ਪੜੋਲ ਫੜੇ ਸੋ ਮਾਰੇ। ਤੇ ਜਿਹੜੇ ਪੜੋਲ ਨਗਰ ਦੇ ਕੋਲ ਸਿੰਘ ਪਹਾੜੀਆਂ ਨੇ, ਪਰਬਤੀ ਲੋਕਾਂ ਨੇ ਫੜ ਕੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ ਸੀ, ਅੱਗੇ ਤੁਰਕਾਂ ਨੂੰ ਦੇ ਦਿੱਤਾ, ਉਹਨਾਂ ਨੂੰ ਸ਼ਹੀਦ ਕਰ ਦਿੱਤਾ ਗਿਆ। ਕਈ ਪਹਾੜਨ ਮੈਂ ਰਹੇ ਹਾਰੇ। ਤੇ ਕਈ ਸਿੰਘ ਪਹਾੜਾਂ ਵਿੱਚ
ਹਾਰ ਕੇ ਰਹਿ ਗਏ ਆ, ਬਸ ਕੋਈ ਨਹੀਂ ਚੱਲਦਾ। ਸਰੀਰ ਭੋਜਨ ਤੋਂ ਬਿਨਾਂ ਬੜੇ ਕ੍ਰਿਸ ਹੋ ਗਏ ਆ, ਕਮਜ਼ੋਰ ਹੋ ਗਏ ਆ ਖਾਣ ਪੀਣ ਤੋਂ ਬਿਨਾਂ। ਤੇ ਗਰੀਬੀ ਦੇ ਨਾਲ ਇਉਂ ਸਿੰਘ ਫਿਰ ਜਿੱਥੇ ਕਿਤੇ ਥੋੜ੍ਹਾ ਬਹੁਤਾ ਝਪਟਾ ਵੱਜਦਾ, ਲੁੱਟਮਾਰ ਕਰਕੇ ਛਕਛਕਾ ਵੀ ਲੈਂਦੇ। ਸੋ ਉਹ ਮੁਸੀਬਤ ਦੇ ਦਿਨ ਜਿਹੜੇ ਉਹ ਪਹਾੜਾਂ ਦੇ ਵਿੱਚ ਰਹਿ ਕੇ ਜਿਨ੍ਹਾਂ ਸਿੰਘਾਂ ਨੇ ਕੱਟੇ, ਉਹ ਵੀ ਬੜੇ ਹਾਰ ਹੰਭ ਗਏ। ਬਹੁਤੇ ਜੇਲਨ ਬਸੋਲੀਆਂ ਕਰਕੇ ਤੇ ਬਹੁਤੇ ਸਿੰਘ ਬਸੋਲੀ ਦੀਆਂ ਪਹਾੜੀਆਂ ਵਾਲੇ ਪਾਸੇ ਨੂੰ ਜਿਹੜੇ ਨਿਕਲੇ ਸਨ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਗਿਆ ਸੀ। ਹੱਥ ਹਥੌੜੀ ਗਲ ਟੰਗ ਭਰ ਕੇ, ਗਲਾਂ ਦੇ ਵਿੱਚ ਉਹਨਾਂ ਦੇ ਤੌਕ ਪਾ ਕੇ, ਹੱਥਾਂ ਵਿੱਚ ਹੱਥਕੜੀਆਂ, ਪੈਰਾਂ ਵਿੱਚ ਬੇੜੀਆਂ ਲਾ ਕੇ ਰੱਖੇ। ਪਾਸ ਨਿਭਾਵ ਗਏ ਤੇ ਸਾਰੇ, ਉਹ ਸਾਰੇ ਸਿੰਘ ਜਿਹੜੇ ਸਨ ਗ੍ਰਿਫਤਾਰ ਕਰਕੇ ਲਾਹੌਰ ਦੇ ਨਵਾਬ ਸ਼ਾਹ ਨਵਾਜ਼ ਦੇ ਕੋਲ, ਜਿਸ ਦਾ ਦੀਵਾਨ ਲਖਪਤ ਰਾਏ ਉਹਦਾ ਸਾਥੀ ਹੈ, ਦੋਵੇਂ ਸਿੰਘਾਂ ਦੇ ਬੜੇ ਕਾਤਲ ਹੈ। ਸੋ ਉਹਦੇ ਕੋਲ ਭੇਜੇ ਗਏ। ਸਿੰਘਾਂ ਦੇ ਸਿਰਾਂ ਦੇ ਸਾਧ ਸੰਗਤ ਜੀ ਵੱਢ ਵੱਢ ਕੇ ਉਹਨਾਂ ਨੇ ਮੁਨਾਰੇ ਚਿਣ ਦਿੱਤੇ, ਬਹੁਤੇ ਢੇਰ ਲਾ ਦਿੱਤੇ ਸਨ। ਉੱਠਣ ਕੇ ਸੀਸਨ ਬੁਰਜ ਉਸਾਰੇ, ਉਹਨਾਂ ਦੇ ਸੀਸਾਂ ਦੇ ਨਾਲ, ਸਿਰਾਂ ਦੇ ਨਾਲ ਸੰਮਣ ਬੁਰਜ ਦੇ ਕੋਲ ਉੱਚਾ ਮੀਨਾਰ ਚਿਣ ਦਿੱਤਾ ਗਿਆ। ਜਿਹੜੇ ਸਿੰਘ ਦਾ ਸਿਰ ਵੱਢ ਲੈਂਦੇ ਸਨ, ਉਹ ਮੀਨਾਰ ਦੇ ਉੱਤੇ ਐ ਚਿਣ ਚਿਣ ਕੇ ਰੱਖੀ ਜਾਂਦੇ ਸਨ ਤਾਂ ਕਿ ਲੋਕਾਂ ਵਿੱਚ ਦਹਿਸ਼ਤ ਪੈਦਾ ਹੋਵੇ। ਤੇ ਇਹ ਦੱਸਣਾ ਚਾਹੁੰਦੇ ਸਨ ਇਹ ਲੋਕਾਂ ਨੂੰ ਕਿ ਅਸੀਂ ਖਾਲਸੇ ਦਾ ਖੁਰਾ ਖੋਜ ਮਿਟਾ ਦਿੱਤਾ ਹੈ, ਅਸੀਂ ਖਾਲਸੇ ਦਾ ਲੱਕ ਤੋੜ ਦਿੱਤਾ ਹੈ। ਇਉਂ ਇਹਨਾਂ ਨੇ ਸਿੰਘਾਂ ਦੇ ਵੱਢ ਵੱਢ ਕੇ ਲਿਆਂਦੇ ਹੋਏ ਜਿਹੜੇ ਸਿਰ ਹੈ, ਸੋ ਗੱਡਿਆਂ ਦੇ ਉੱਤੇ ਲੱਦ ਲੱਦ ਕੇ ਭਰ ਭਰ ਕੇ ਲਿਆਉਂਦੇ। ਕਿਉਂਕਿ ਲਖਪਤ ਰਾਏ ਜਿਹੜਾ ਸੀ ਲੱਖੂ, ਇਹਨੇ ਤਾਂ ਜਿਹੜੇ ਖਾੜਕੂ ਬਾਗੀ ਸਿੰਘ ਸਨ ਉਹਨਾਂ ਦੇ ਸਿਰ ਤਾਂ ਵੱਢਣੇ ਹੀ ਸਨ। ਜਿਹੜੇ ਇਹਦੀ ਫੌਜ ਵਿੱਚ ਚਕਰੈਲ ਸਿੰਘ ਸਨ ਨਾ, ਚਾਕਰੀ ਕਰਨ ਵਾਲੇ, ਨੌਕਰੀ ਕਰਨ ਵਾਲੇ, ਸੋ ਉਹਨਾਂ ਨੂੰ ਵੀ ਬੇਕਸੂਰਾਂ ਨੂੰ ਫੜ ਫੜ ਕੇ ਵੱਢ ਵੱਢ ਕੇ ਉਹਨਾਂ ਦੇ ਸਿਰ ਉੱਥੇ ਚਿਣ ਦਿੱਤੇ ਸਨ। ਜਿੱਥੇ ਕੋਈ ਮਿਲਦਾ, ਘਰਾਂ ਵਿੱਚ ਰਹਿਣ ਵਾਲੇ ਆਮ ਜਿਹੜੇ ਕੋਈ ਹਿੰਦੂ ਵੀ ਸਨ ਨਾ, ਬਾਣੀ ਪੜ੍ਹਨ ਵਾਲੇ, ਉਹਨਾਂ ਦੇ ਵੀ ਸਿਰ ਵੱਢ ਵੱਢ ਕੇ ਲਿਆ ਕੇ ਉਸ ਮਨਾਰੇ ਦੇ ਵਿੱਚ ਇਹਨਾਂ ਨੇ ਚਿਣ ਦਿੱਤੇ ਸਨ। ਬੱਚੇ ਸਿੰਘ ਕਿਛ ਹਿੱਸਾ ਥੋੜਾ, ਸਿੰਘਾਂ ਦਾ ਪੰਥ ਦਾ ਜਿਹੜਾ ਵੱਡਾ ਜਥਾ ਸੀ, ਵੱਡੀ ਜਥੇਬੰਦੀ ਸੀ, ਉਸ ਦੇ ਵਿੱਚੋਂ ਸਿੰਘਾਂ ਦਾ ਬਹੁਤ ਥੋੜਾ ਜਿਹਾ ਹਿੱਸਾ ਬਾਕੀ ਬਚਿਆ ਸੀ। ਐਵੇਂ ਗਿਣਤੀ ਮਾਤਰ ਸਿੰਘ, ਹਜ਼ਾਰਾਂ ਦੀ ਗਿਣਤੀ ਵਿੱਚ ਜਥਿਆਂ ਦੇ ਜਥੇ ਸਨ ਪੰਥ ਦੇ, ਪਰ ਸੈਂਕੜਿਆਂ ਦੀ ਗਿਣਤੀ ਵਿੱਚ ਰਹਿ ਗਏ ਸਨ। ਤਿੰਨ ਪੈ ਚੜਨ ਨੂੰ ਘੋੜਾ, ਤੇ ਉਹ ਜਿਹੜੇ ਸਿੰਘ ਬਚ ਗਏ ਸਨ, ਉਹਨਾਂ ਕੋਲ ਅਸਵਾਰੀ ਦੇ ਵਾਸਤੇ ਕੋਈ ਘੋੜਾ ਵੀ ਨਾ ਬਚਿਆ, ਕੋਈ ਸ਼ਸਤਰ ਵੀ ਨਹੀਂ ਸਨ, ਕੋਈ ਮਾਇਆ ਵੀ ਕੋਲੇ ਨਹੀਂ ਸੀ, ਪੈਰਾਂ ਦੇ ਵਿੱਚ ਪਾਉਣ ਨੂੰ ਜੁੱਤੀ ਤੱਕ ਨਹੀਂ ਸੀ। ਇਸ ਤਰ੍ਹਾਂ ਦਾ ਜਿਹੜਾ ਖਾਲਸੇ ਦੇ ਉੱਤੇ ਇਹ ਕਹਿਰ ਦਾ ਸਮਾਂ ਆਇਆ ਸੀ। ਸੁੱਖਾ ਸਿੰਘ ਸੰਗ ਜੋ ਗਏ, ਹਜ਼ਾਰ ਦੋਏ ਕਹਿ ਧਿਆਨ। ਬਾਬਾ ਸੁੱਖਾ ਸਿੰਘ ਦੇ ਨਾਲ ਜਿਹੜੇ ਸਿੰਘ ਮਾਲਵੇ ਵਿੱਚ ਚਲੇ ਗਏ ਸਨ, ਇਹ ਜੈਤੋ ਰਹੇ ਸਨ ਬਾਬਾ ਸੁੱਖਾ ਸਿੰਘ। ਕਿਉਂਕਿ ਜਿਸ ਵੇਲੇ ਜਸਪਤ ਰਾਏ ਨੂੰ, ਲਖਪਤ ਰਾਏ ਨੂੰ ਮਾਰਨਾ ਚਾਹੁੰਦੇ ਸਨ ਮੈਦਾਨੇ ਜੰਗ ਦੇ ਵਿੱਚ, ਉਸ ਵੇਲੇ ਤੋਪ ਦਾ ਇੱਕ ਗੋਲਾ ਬਾਬਾ ਸੁੱਖਾ ਸਿੰਘ ਦੇ ਪੱਟ ਦੇ ਉੱਤੇ ਆ ਕੇ ਵੱਜਿਆ ਸੀ, ਜਿਸ ਕਰਕੇ ਹੱਡੀ ਉਹਨਾਂ ਦੀ ਆ ਚੂਲੇ ਤੋਂ ਲੈ ਕੇ ਗੋਡੇ ਤੱਕ ਨਾ, ਇਹ ਹੱਡੀ ਫ੍ਰੈਕਚਰ ਹੋ ਗਈ ਸੀ, ਟੁੱਟ ਗਈ ਸੀ ਬੁਰੀ ਤਰ੍ਹਾਂ। ਤੇ ਘੋੜੇ ਦੇ ਹੰਨੇ ਦੇ ਨਾਲ ਇਹਨਾਂ ਨੇ ਆਪਣੀ ਲੱਤ ਨੂੰ ਉਸੇ ਤਰ੍ਹਾਂ ਬੰਨ੍ਹ ਕੇ ਜੰਗ ਜਾਰੀ ਰੱਖਿਆ ਸੀ। ਤੇ ਉਸੇ ਤਰ੍ਹਾਂ ਘੋੜੇ ਦੇ ਉੱਤੇ ਸਵਾਰ ਚੜੇ ਚੜਾਏ ਤੇ ਸੈਂਕੜੇ ਮੀਲਾਂ ਦਾ ਪੈਂਡਾ ਤੈਅ ਕਰਕੇ ਮਾਲਵੇ ਦੇਸ਼ ਦੇ ਵਿੱਚ ਇਹ ਜੈਤੋ ਪਹੁੰਚ ਗਏ ਸਨ। 6 ਮਹੀਨੇ ਇਹਨਾਂ ਦਾ ਇਲਾਜ ਚੱਲਿਆ ਉੱਥੇ। 6 ਮਹੀਨਿਆਂ ਬਾਅਦ ਫਿਰ ਥੋੜੇ ਬਹੁਤੇ ਤੁਰਨ ਜੋਗੇ ਹੋਏ ਤੇ ਖਾਲਸਾ ਫਿਰ ਘੋੜੇ ਦੇ ਉੱਤੇ ਪਲਾਕੀ ਮਾਰ ਕੇ ਸਵਾਰ ਹੋ ਗਿਆ ਸੀ। ਇੰਨੇ ਚੜ੍ਹਦੀ ਕਲਾ ਵਾਲੇ ਇਹ ਸਿੰਘ ਸਨ ਬਾਬਾ ਸੁੱਖਾ ਸਿੰਘ ਜੀ। ਸੋ ਇਹਨਾਂ ਦੇ ਨਾਲ 2 ਕਿ 3 ਕੁ ਹਜ਼ਾਰ ਸਿੰਘ ਉਸ ਮਾਲਵੇ ਦੇਸ਼ ਦੇ ਵਿੱਚ ਗਿਆ। ਇਨ ਪੈ ਘੋੜੇ ਜੋ ਬਚਿਓ, ਬੀਜ ਮੰਤਰ ਗਿਣ ਲੀਨ। ਤੇ ਜਿੰਨੇ ਕੁ ਘੋੜੇ ਖਾਲਸੇ ਕੋਲੇ ਬਾਕੀ ਬਚੇ ਸਨ ਸਵਾਰੀ ਦੇ ਸਾਧਨ, ਉਹ ਵੀ ਬੀਜ ਮਾਤਰ ਕਹਿ ਲੋ, ਗਿਣਤੀ ਮਿਣਤੀ ਦੇ ਹੀ ਬਾਕੀ ਰਹਿ ਗਏ ਸਨ। ਚੌਪਈ ਕਉ ਕਹਿ ਮੂਏ 40,000। ਫਿਰ ਇਹ ਛੋਟੇ ਘੱਲੂਘਾਰੇ ਵਿੱਚ ਜਿਹੜੇ ਸਿੰਘ ਸ਼ਹੀਦ ਹੋਏ ਐ, ਉਹਨਾਂ ਦੀ ਲੋਕ ਆਪੋ ਆਪਣੇ ਕਿਆਫੇ ਲਾ ਕੇ, ਅੰਦਾਜ਼ੇ ਲਾ ਕੇ ਗਿਣਤੀ ਮਿਣਤੀ ਕਰਦੇ ਆ। ਕੋਈ ਕਹਿੰਦਾ
ਬਈ 40,000 ਸਿੰਘ ਜਿਹੜਾ ਇਹ ਕਾਹਨੂੰਵਾਨ ਦੇ ਛੰਭ ਦੇ ਵਿੱਚ ਸ਼ਹੀਦ ਹੋ ਚੁੱਕਾ ਹੈ। ਉਹ ਕਹੇ ਸਿੰਘ ਬਹੁ ਭਏ ਮਾਰ। ਤੇ ਕੋਈ ਕਹਿੰਦੇ ਸਨ ਵੀ 40,000 ਨਹੀਂ, ਉੱਥੇ ਤਾਂ ਗਿਣਤੀ ਮਿਣਤੀ ਨਹੀਂ, ਕਿੰਨੇ ਕੁ ਸਿੰਘ ਸ਼ਹੀਦ ਹੋ ਗਏ ਆ। ਸਿੰਘ ਤਾਂ ਖਤਮ ਹੀ ਕਰ ਦਿੱਤੇ ਆ ਤਕਰੀਬਨ, ਉੱਥੇ ਗਿਣਤੀ ਮਿਣਤੀ ਤੋਂ ਬਾਹਰ ਹੀ ਸਿੰਘ ਸ਼ਹੀਦ ਹੋ ਗਏ ਹਨ। ਉਹ ਕਹੇ ਸਿੰਘ 40 ਸਾਰੇ। ਕੋਈ ਕਹਿੰਦਾ ਸੀ ਵੀ ਸਿੰਘ ਤਾਂ ਨਹੀਂ ਵੀ ਉੱਥੇ 40 ਕੁ ਸਿੰਘ ਹੀ ਸਨ, ਕੋਈ ਕਹਿੰਦਾ 40,000 ਸਨ। ਤਿੰਨ ਮੈਂ ਬਚੇ 6-7 ਕੁ ਸਾਰੇ। ਤੇ ਕਹਿੰਦੇ ਉਹਨਾਂ ਸਿੰਘਾਂ ਦੇ ਵਿੱਚੋਂ 6-7 ਹਜ਼ਾਰ ਹੀ ਬਾਕੀ ਬਚਿਆ, ਬਾਕੀ ਸਭ ਸ਼ਹੀਦ ਹੋ ਗਏ ਹਨ। ਉਹ ਕਹੇ ਦਲ ਆਏ 50। ਕੋਈ ਕਹਿੰਦਾ ਹੈ ਬਈ ਦਲ ਪੰਥ ਦੀ ਗਿਣਤੀ, ਖਾਲਸੇ ਦੀ ਗਿਣਤੀ ਉਸ ਵੇਲੇ 50,000 ਸੀ। ਤਿੰਨ ਮੈਂ ਭਇਓ 40 ਕੋ ਨਾਸ। ਤੇ ਉਹਨਾਂ ਦੇ ਵਿੱਚੋਂ 40,000 ਸਿੰਘ ਜਿਹੜਾ ਉਹ ਸ਼ਹੀਦ ਹੋ ਚੁੱਕਾ ਹੈ। ਉਹ ਕਹੇ ਸਿੰਘ ਹੋਤੇ ਘਨੇ। ਕੋਈ ਕਹਿੰਦਾ ਵੀ ਨਹੀਂ, ਸਿੰਘਾਂ ਦੀ ਗਿਣਤੀ ਇਸ ਤੋਂ ਵੀ ਬਹੁਤੀ ਵਧੇਕ ਸੀ। ਪਰਤ ਨਹੀਂ ਜੇ ਮੂਏ ਗਨੇ। ਜਿਹੜੇ ਸਿੰਘ ਉੱਥੇ ਮਾਰੇ ਗਏ, ਸ਼ਹੀਦ ਹੋ ਗਏ ਆ, ਉਹਨਾਂ ਦੀ ਗਿਣਤੀ ਕੁਝ ਗਿਣੀ ਨਹੀਂ ਜਾ ਸਕਦੀ। ਸੋ ਲਿਖ ਦੀਨੀ ਜੋ ਹਮ ਸੁਣੀ। ਤੇ ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ, ਜੋ ਮੈਂ ਆਪਣੇ ਪਿਤਾ ਸਤਿਕਾਰਯੋਗ ਰਾਏ ਸਿੰਘ ਜੀ ਪਾਸੋਂ ਸੁਣਿਆ, ਜੋ ਹੋਰਨਾਂ ਸਿਆਣੇ ਲੋਕਾਂ ਦੇ ਕੋਲੋਂ ਮੈਂ ਸੁਣਿਆ, ਗਿਣਤੀ ਮਿਣਤੀ ਪੱਕਾ ਮੈਨੂੰ ਵੀ ਨਹੀਂ ਪਤਾ, ਸੁਣੇ ਸੁਣਾਏ ਮੁਤਾਬਕ ਕਹਿੰਦੇ ਮੈਂ ਉਹ ਸਭ ਕੁਝ ਲਿਖ ਦਿੱਤਾ ਹੈ। ਪਰਤ ਨਹੀਂ ਕੁਛ ਗਿਣਤੀ ਗਨੀ। ਕਿਉਂਕਿ ਸਹੀ ਗਿਣਤੀ ਸਿੰਘਾਂ ਦੀ ਸ਼ਹਾਦਤ ਦੀ ਕੋਈ ਹੋ ਨਹੀਂ ਸਕਦੀ। ਨਾ ਤਾਂ ਉਸ ਵੇਲੇ ਸਰਕਾਰੀ ਅੰਕੜੇ ਕੋਈ ਜਾਰੀ ਕੀਤੇ ਜਾਂਦੇ ਸਨ ਕਿ ਇੰਨੇ ਬੰਦੇ ਉੱਥੇ ਮਾਰੇ ਗਏ ਫਲਾਣੀ ਜੰਗ ਦੇ ਵਿੱਚ, ਤੇ ਨਾ ਹੀ ਸਿੰਘਾਂ ਕੋਲੇ ਕੋਈ ਗਿਣਤੀ ਮਿਣਤੀ ਦਾ ਹਿਸਾਬ ਕਿਤਾਬ ਸੀ। ਬਸ ਅੰਦਾਜ਼ਾ ਲਾ ਲੈਂਦੇ ਸਨ ਵੀ ਸਾਡੇ ਨਾਲ ਦੇ ਸਿੰਘ ਨਹੀਂ ਹਨ ਤੇ ਉਹ ਸ਼ਹੀਦ ਹੋ ਚੁੱਕੇ ਹੋਣਗੇ। ਇਸ ਕਰਕੇ ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ, ਜਿੰਨਾ ਕੁ ਮੈਂ ਜਾਣਕਾਰੀ ਇਕੱਤਰ ਕੀਤੀ, ਲੋਕਾਂ ਤੋਂ ਸੁਣਿਆ, ਉਹਨਾਂ ਕੁ ਮੈਂ ਲਿਖ ਦਿੱਤਾ ਹੈ। ਪਰ ਸਹੀ ਗਿਣਤੀ ਜਿਹੜੀ ਉਹ ਗਿਣੀ ਨਹੀਂ ਜਾ ਸਕਦੀ ਕਿ ਕਿੰਨੇ ਸਿੰਘ ਸ਼ਹੀਦ ਹੋਏ ਹਨ। ਜੋ ਮੋਹੇ ਪਿਤਾ ਥੋ ਮੋਹੇ ਸੁਣਾਇਓ। ਜੋ ਮੇਰੇ ਪਿਤਾ ਰਾਏ ਸਿੰਘ ਜੀ ਨੇ ਮੈਨੂੰ ਸੁਣਾਇਆ, ਉਹਨਾਂ ਤੋਂ ਜਿਹੜਾ ਮੈਂ ਸੁਣਿਆ ਹੋਇਆ ਹੈ। ਰਤਨ ਸਿੰਘ ਨੇ ਸੋ ਲਿਖਾਇਓ। ਮੈਂ ਰਤਨ ਸਿੰਘ ਭੰਗੂ ਨੇ ਉਹੀ ਇਸ ਗ੍ਰੰਥ ਦੇ ਵਿੱਚ, ਖਾਲਸੇ ਦੀ ਇਸ ਕਥਾ ਵਿੱਚ ਲਿਖ ਦਿੱਤਾ ਹੈ। ਦੋਹਰਾ ਸੰਮਤ 18 ਮੈਂ ਹੁਤੋ ਉੱਪਰ 300 ਸਾਲ। ਸੰਮਤ 1800 ਸੀ ਤੇ ਉੱਪਰ 3 ਸਾਲ ਹੋ ਗਏ ਸਨ। 1803 ਸੰਮਤ ਬਿਕਰਮੀ ਦੇ ਵਿੱਚ ਇਹ ਘੱਲੂਘਾਰਾ ਵਾਪਰਿਆ। ਇਹ ਬਿਕਰਮੀ ਸੰਮਤ ਹੈ। ਜਦੋਂ ਈਸਵੀ ਸਨ ਬਣਾਉਣਾ ਹੋਵੇ ਨਾ, ਈਸਵੀ ਸਨ, ਤੇ ਇਹਦੇ ਵਿੱਚੋਂ 57 ਸਾਲ ਮਾਈਨਸ ਕਰ ਲਏ ਜਾਂਦੇ ਆ, ਘਟਾ ਲਏ ਜਾਂਦੇ ਆ, ਉਹ ਈਸਵੀ ਸਨ ਬਣ ਜਾਂਦਾ। ਤੋ ਇਹ 1803 ਬਣਦਾ। 57 ਜਦੋਂ ਘਟਾਵਾਂਗੇ ਤੇ ਸਾਧ ਸੰਗਤ ਜੀ 1746 ਬਣ ਜਾਂਦਾ ਹੈ। 1746 ਈਸਵੀ ਸਨ ਤੇ 1803 ਬਿਕਰਮੀ ਦਾ ਇਹ ਜਿਹੜਾ ਸਾਲ ਸੀ ਛੋਟੇ ਘੱਲੂਘਾਰੇ ਵਾਲਾ। ਘੱਲੂਘਾਰੋ ਵੱਢ ਕਰਿਓ ਤੁਰਕਨ ਸਿੰਘਨ ਨਾਲ। ਤੁਰਕਾਂ ਨੇ ਸਿੰਘਾਂ ਦੇ ਨਾਲ ਇਹ ਵੱਡਾ ਘੱਲੂਘਾਰਾ ਕੀਤਾ ਹੈ। ਇਹ ਜਿਹੜਾ ਦੀਵਾਨ ਲੱਖੂ ਸੀ ਤੇ ਸ਼ਾਹ ਨਵਾਜ਼ ਸੀ, ਇਹਨਾਂ ਨੇ ਖਾਲਸੇ ਦੇ ਉੱਤੇ ਇੰਨਾ ਜ਼ੁਲਮੋ ਸਿਤਮ ਉਸ ਵੇਲੇ ਕੀਤਾ ਹੈ। ਸਖੀ ਲੱਖੂ ਸੋ ਜਾਹੇ ਨਿਵਾਸ ਸਿਰਹੋਣੀ ਸੀ। ਦੋਹਰਾ ਸਾਹ ਨਿਵਾਜ ਗਰੂਰ ਵਧਿਓ ਸਿੰਘਨ ਕੋ ਤਬ ਮਾਰ। ਉਸ ਵੇਲੇ ਲਾਹੌਰ ਦਾ ਜਿਹੜਾ ਸੂਬੇਦਾਰ ਹੈ, ਜ਼ਕਰੀਏ ਤੋਂ ਯਹੀਏ ਖਾਨ ਤੋਂ ਬਾਅਦ ਬਣਿਆ ਸ਼ਾਹ ਨਵਾਜ਼। ਸੋ ਸ਼ਾਹ ਨਵਾਜ਼ ਜਿਹੜਾ ਸੂਬੇਦਾਰ ਲਾਹੌਰ ਹੈ, ਇਹਦੇ ਮਨ ਦੇ ਵਿੱਚ ਬੜਾ ਗਰੂਰ ਵਧਿਆ ਵੀ ਮੈਂ ਤਾਂ ਸਿੰਘਾਂ ਨੂੰ ਖਤਮ ਕਰ ਦਿੱਤਾ, ਖੁਰਾ ਖੋਜ ਮਿਟਾ ਦਿੱਤਾ ਹੈ, ਮੇਰੇ ਨਾਲ ਤਾਂ ਹੁਣ ਸਿੰਘ ਲੜਨ ਜੋਗੇ ਰਹਿ ਹੀ ਨਹੀਂ ਗਏ। ਗਿਣਤੀ ਮਿਣਤੀ ਦੇ ਕੋਈ ਇੱਕਾ ਦੁੱਕਾ ਰਹਿ ਗਏ ਹੋਣਗੇ, ਉਹ ਵੀ ਐਲਾਨ ਕੀਤਾ ਹੋਇਆ ਵੀ ਜਿਹੜਾ ਸਿੰਘਾਂ ਦਾ ਸਿਰ ਲੈ ਕੇ ਆਊ ਇਨਾਮ ਦਿੱਤੇ ਜਾਣਗੇ। ਮਨ ਵਿੱਚ ਇਹਨੇ ਬਹੁਤਾ ਹੰਕਾਰ ਵਧਾ ਲਿਆ, ਸਿੰਘਾਂ ਨੂੰ ਮਾਰ ਕੇ ਸਿੰਘਾਂ ਨੂੰ ਖਤਮ ਕਰਨ ਦਾ ਇਹਦੇ ਮਨ ਵਿੱਚ ਭਾਰੀ ਹਉਮੈ ਹੰਕਾਰ ਹੈ। ਪਾਤਸ਼ਾਹੀ ਮੈਂ ਕਰੂੰ ਜਾਂ ਦਿੱਲੀ ਤਖਤ ਸੰਭਾਰ। ਤੇ ਆਪਣੇ ਨਾਲ ਦੇ ਅਮੀਰਾਂ ਵਜ਼ੀਰਾਂ ਨੂੰ ਇਹਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਹੁਣ ਮੈਂ ਇਕੱਲਾ ਸੂਬੇਦਾਰ ਲਾਹੌਰ ਨਹੀਂ ਰਹਾਂਗਾ, ਦਿੱਲੀ ਦੇ ਤਖਤ ਦੇ ਉੱਤੇ ਜਾ ਕੇ ਬੈਠਾਂਗਾ। ਇਉਂ ਸਮਝ ਲਓ ਵੀ ਜਿਵੇਂ ਇੱਕ ਸੂਬੇ ਦਾ ਮੁੱਖ ਮੰਤਰੀ ਕਹਿਣਾ ਸ਼ੁਰੂ ਕਰ ਦੇਵੇ ਕਿ ਮੈਂ ਹੁਣ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਬਣਾਂਗਾ। ਇਉਂ ਇਹਨੇ ਕਹਿਣਾ ਸ਼ੁਰੂ ਕਰ ਦਿੱਤਾ। ਜਦੋਂ ਬੰਦੇ ਦਾ ਮਾੜਾ ਸਮਾਂ ਆਉਂਦਾ ਨਾ, ਰੱਬ ਸਾਧ ਸੰਗਤ ਜੀ ਕਦੇ ਡਾਂਗ ਨਹੀਂ ਮਾਰਦਾ ਹੁੰਦਾ ਆ ਕੇ।
ਰੱਬ ਉਹਦੀ ਮੱਤ ਨੂੰ ਕਵੱਲੀ ਕਰ ਦਿੰਦਾ, ਮੱਤ ਨੂੰ ਪੁੱਠੀ ਕਰ ਦਿੰਦਾ। ਆਮ ਕਹਾਵਤ ਆ ਨਾ, ਵਿਨਾਸ਼ ਕਾਲੇ ਵਿਪਰੀਤ ਬੁੱਧੀ, ਮੱਤ ਪੁੱਠੀ ਕਰ ਦਿੰਦਾ। ਤੇ ਇਹ ਜੋ ਗੱਲ ਮਨ ਵਿੱਚ ਸੋਚਦਾ ਸੀ ਕਈ ਵਾਰੀ ਇਹਦੇ ਮੂੰਹੋਂ ਵੀ ਨਿਕਲ ਗਈ। ਤੇ ਫਿਰ ਗੱਲ ਸਾਧ ਸੰਗਤ ਜੀ ਜਦੋਂ ਮੂੰਹੋਂ ਨਿਕਲ ਜਾਏ, ਤੇ ਆਮ ਪੰਜਾਬੀ ਦੀ ਇੱਕ ਕਹਾਵਤ ਆ ਵੀ ਗੱਲ ਕਹਿੰਦੀ ਹੈ ਤੂੰ ਮੈਨੂੰ ਮੂੰਹੋਂ ਕੱਢ, ਪਿੰਡੋਂ ਤੈਨੂੰ ਮੈਂ ਕਢਾਉਣੀ ਹੈ। ਇਹਦੀਆਂ ਇਹ ਦਿੱਲੀ ਦੇ ਤਖਤ ਦੇ ਉੱਤੇ ਜਾ ਕੇ ਕਾਬਜ ਹੋਣ ਦੀਆਂ ਜਿਹੜੀਆਂ ਗੱਲਾਂ ਬਾਤਾਂ ਖਬਰਾਂ ਉਹ ਜਿਹੜੇ ਦਿੱਲੀ ਬੈਠੇ ਆ ਉਹਨਾਂ ਕੋਲੇ ਪਹੁੰਚਣ ਲੱਗ ਪਈਆਂ, ਬਾਦਸ਼ਾਹ ਕੋਲੇ ਪਹੁੰਚਣ ਲੱਗ ਪਈਆਂ। ਤਾਂ ਇਉਂ ਫਿਰ ਇਹ ਬੜੇ ਹੰਕਾਰ ਦੇ ਨਾਲ ਜਦੋਂ ਕਹਿਣ ਲੱਗਾ ਕਿ ਹੁਣ ਮੈਂ ਪਾਤਸ਼ਾਹੀ ਕਰਾਂਗਾ, ਬਾਦਸ਼ਾਹ ਬਣਾਂਗਾ ਦਿੱਲੀ ਦਾ, ਦਿੱਲੀ ਤਖਤ ਨੂੰ ਸੰਭਾਲਾਂਗਾ। ਲਖੂ ਸਾ ਨਿਵਾਜ ਸਿਰ ਆਈ ਬੁਰਾਈ ਦੋਏ। ਇਹ ਦੀਵਾਨ ਲਖੂ ਖੱਤਰੀ ਆ ਜਿਹੜਾ, ਤੇ ਨਵਾਜ ਸ਼ਾਹ ਨਵਾਜ ਜਿਹੜਾ ਸੂਬਾ ਲਾਹੌਰ ਦਾ, ਇਹਨਾਂ ਦੋਵਾਂ ਦੇ ਸਿਰ ਦੇ ਉੱਤੇ ਇਹ ਹੁਣ ਵਿਪਤਾ ਦਾ ਸਮਾਂ ਆਉਣ ਲੱਗਿਆ, ਬੁਰਾਈ ਦਾ ਸਮਾਂ ਆਉਣ ਲੱਗਿਆ। ਜਿਹੜਾ ਇਹਨਾਂ ਨੇ ਸਿੰਘਾਂ ਦੇ ਉੱਤੇ ਜ਼ੁਲਮੋ ਸਿਤਮ ਕੀਤਾ ਹੈ, ਬੇਦੋਸ਼ੇ ਬੇਕਸੂਰਾਂ ਨੂੰ ਫੜ ਫੜ ਕੇ ਇਹਨਾਂ ਨੇ ਮਾਰਿਆ, ਸ਼ਹੀਦ ਕੀਤਾ, ਖਾਲਸੇ ਪੰਥ ਦੇ ਉੱਤੇ ਜ਼ਿਆਦਤੀ ਕੀਤੀ ਹੈ, ਗੁਰਬਾਣੀ ਦੀ ਬੇਅਦਬੀ ਕੀਤੀ ਆ। ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਸਾਜੇ ਨਵਾਜੇ ਇਹ ਨਿਰਮਲ ਪੰਥ ਦੇ ਨਾਲ, ਖਾਲਸੇ ਪੰਥ ਦੇ ਨਾਲ ਇਹਨਾਂ ਨੇ ਟੱਕਰ ਲਈ ਆ। ਐਸੀ ਕੀਤੀ ਹੋਈ ਜਿਹੜੀ ਇਹਨਾਂ ਦੀ ਬੁਰਾਈ ਹੈ ਉਹ ਹੁਣ ਉਹਦਾ ਜਿਹੜਾ ਸਾਰਾ ਪਾਪ ਹੈ ਇਹਨਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ। ਦੇਖੋ ਸਤਿਗੁਰ ਕੀ ਕਲਾ ਕਿਉ ਉਨ ਸਿਰ ਹੋਣੀ ਹੋਏ। ਹੁਣ ਸਤਿਗੁਰੂ ਦੀ ਕਲਾ ਵੇਖੋ, ਭਾਈ ਰਤਨ ਸਿੰਘ ਜੀ ਭੰਗੂ ਕਹਿੰਦੇ ਉਹਨਾਂ ਦੇ ਸਿਰ ਦੇ ਉੱਤੇ ਹੋਣੀ ਕਿਵੇਂ ਵਾਪਰਦੀ ਹੈ। ਭਾਵੀ ਕੋ ਭਾਵ ਜੋ ਵੱਡ ਪਾਪੀ ਉਹ ਪਾਪ ਕਰਾਏ। ਹਾਂ, ਭਾਵੀ ਦਾ ਭਾਵ ਇਹੀ ਹੈ, ਭਾਵੀ ਜਿਹੜੀ ਹੋਣੀ ਹੈ ਉਹ ਜਦੋਂ ਆਉਂਦੀ ਆ ਨਾ ਫਿਰ ਉਹ ਪਾਪੀਆਂ ਤੋਂ ਵੱਡੇ ਵੱਡੇ ਪਾਪ ਹੋਰ ਕਰਾਉਂਦੀ ਹੈ। ਪਾਪੀ ਪਾਪ ਕਰਦੇ ਆ, ਪਰ ਹੋਣੀ ਨੇ ਜਦੋਂ ਉਹਦਾ ਕੀਤੀ ਦਾ ਫਲ ਭੁਗਤਾਉਣਾ ਹੁੰਦਾ ਹੈ ਉਹ ਹੰਕਾਰੀ ਹੋ ਜਾਂਦੇ ਆ। ਹੰਕਾਰ ਵਿੱਚ ਆ ਕੇ ਹੋਰ ਪਾਪ ਕਰਦੇ ਆ। ਜਦੋਂ ਹੋਰ ਪਾਪ ਕਰਦੇ ਆ ਫਿਰ ਉਹਨਾਂ ਦੇ ਮਨ ਵਿੱਚ ਹੰਕਾਰ ਹੁੰਦਾ ਬਈ ਸਾਨੂੰ ਕੌਣ ਪੁੱਛਣ ਵਾਲਾ ਹੈ, ਉਹਦੀ ਆੜ ਦੇ ਵਿੱਚ ਹੀ ਹੋਰ 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 ਪਾਪ ਕਰਦੇ ਜਾਂਦੇ ਆ। ਇਉਂ ਭਾਵੀ ਜਿਹੜੀ ਆ ਇਹਨਾਂ ਦੇ ਉੱਤੇ ਵਰਤ ਰਹੀ ਹੈ ਤੇ ਵੱਡੇ ਵੱਡੇ ਇਹਨਾਂ ਤੋਂ ਪਾਪ ਕਰਵਾ ਰਹੀ ਹੈ। ਭਾਰੋ ਭਾਰੋ ਹੋਏ ਵਜਨ ਸੇ ਥੋੜਿਓ ਭਰਿਓ ਡੁਬਾਏ। ਇਉਂ ਜਦੋਂ ਫਿਰ ਬੇੜਾ ਭਰ ਕੇ ਉਦੋਂ ਡੁੱਬਦਾ ਹੁੰਦਾ ਜਦੋਂ ਵਜਨ ਦੇ ਨਾਲ ਬਹੁਤਾ ਭਾਰਾ ਹੋ ਜਾਏ, ਜਿੰਨਾ ਵਜਨ ਸਹਾਰਨ ਦੀ ਵਿੱਚ ਰੱਖ ਕੇ ਪਾਰ ਲੈ ਜਾਣ ਦੀ ਸਮਰੱਥਾ ਹੁੰਦੀ ਹੈ ਨਾ ਬੇੜੇ ਦੇ ਵਿੱਚ, ਉਹਦੇ ਨਾਲੋਂ ਜਦੋਂ ਬਹੁਤਾ ਵਧੀਕ ਭਾਰ ਉਹਦੇ ਵਿੱਚ ਪਾ ਦਿੱਤਾ ਜਾਵੇ ਤੇ ਇਸ ਪ੍ਰਕਾਰ ਉਹਦਾ ਡੁੱਬਣਾ ਫਿਰ ਨਿਸ਼ਚਿਤ ਹੋ ਜਾਂਦਾ। ਇਉਂ ਹੀ ਇਹਨਾਂ ਪਾਪੀਆਂ ਦਾ, ਪਾਪਾਂ ਦੇ ਨਾਲ ਬੇੜਾ ਭਰਿਆ ਹੋਇਆ, ਪਾਪ ਕਰੀ ਗਏ ਆ, ਹਟਦੇ ਨਹੀਂ। ਤੇ ਹੁਣ ਇਹਨਾਂ ਦੁਸ਼ਟਾਂ ਦਾ ਜਿਹੜਾ ਬੇੜਾ ਪਾਪਾਂ ਦੇ ਨਾਲ ਭਰ ਕੇ ਡੁੱਬਣ ਵਾਲਾ ਹੈ। ਹੋਰ ਕਹਿਣ ਤਿਸ ਕਹਿਓ ਕਹੋ ਗੁੜ ਕਹਿਨੋ ਦਿਓ ਹਟਾਏ। ਹੋਰ ਤਾਂ ਕਵੀ ਜੀ ਕਹਿੰਦੇ ਮੈਂ ਇਹਨਾਂ ਦੀ ਕੀ ਗੱਲ ਆਖਾਂ, ਗੁਰੂ ਕੇ ਖਾਲਸੇ ਪੰਥ ਦਾ ਵਿਰੋਧ ਕੀਤਾ, ਸਿੰਘਾਂ ਨੂੰ ਸ਼ਹੀਦ ਕੀਤਾ। ਇੰਨੇ ਨਾਸਤਕ, ਇੰਨੇ ਪੰਥ ਦੇ ਇਹ ਵਿਰੋਧੀ ਸਨ, ਇੰਨੇ ਮਨੁੱਖਤਾ ਵਾਸਤੇ ਘਾਤਕ ਬੇਦੋਸ਼ੇ ਲੋਕਾਂ ਦੇ ਕਾਤਲ ਸਨ ਸ਼ਾਹ ਨਵਾਜ ਤੇ ਲਖੂ ਦੀਵਾਨ। ਇਹਨਾਂ ਨੇ ਢੰਡੋਰਾ ਪਟਵਾ ਦਿੱਤਾ ਸੀ ਵੀ ਕੋਈ ਵੀ ਬੰਦਾ ਜਿਹੜਾ ਗੁਰੂ ਸ਼ਬਦ ਨਹੀਂ ਆਖੇਗਾ। ਗੁਰੂ ਸ਼ਬਦ ਤਾਂ ਕਹਿਣ ਤੋਂ ਰੋਕਿਆ ਹੀ ਸੀ, ਇਹਨਾਂ ਨੇ ਗੁੜ ਕਹਿਣ ਦੇ ਉੱਤੇ ਵੀ ਪਾਬੰਦੀ ਲਾ ਦਿੱਤੀ ਸੀ ਵੀ ਗੁੜ ਕਿਹਾ ਗੁਰ ਚੇਤੇ ਆਉਂਦਾ। ਇਸ ਕਰਕੇ ਕੋਈ ਗੁਰੂ ਦਾ ਨਾਮ ਨਾ ਲਵੇ ਤੇ ਗੁੜ ਵੀ ਨਾ ਆਖੇ। ਸੋ ਇਸ ਕਰਕੇ ਇਹਨਾਂ ਨੇ ਇਹਨਾਂ ਸ਼ਬਦਾਂ ਦੇ ਉੱਤੇ ਵੀ ਪਾਬੰਦੀ ਲਾਈ। ਗੁੜ ਕਹਿਣੇ ਮੈਂ ਗੁਰ ਸੁਣਿਓ ਮਿਠਾਈ ਦਿਓ ਅਖਾਏ। ਕਿਉਂਕਿ ਗੁੜ ਜਦੋਂ ਕਹਿੰਦੇ ਸੀ ਤੇ ਗੁਰ ਸੁਣਦਾ ਸੀ ਕਿਹਾ, ਤੇ ਗੁਰ ਗੁਰੂ ਨਾਨਕ ਚੇਤੇ ਆਉਂਦਾ ਸੀ, ਰੱਬ ਚੇਤੇ ਆਉਂਦਾ ਸੀ। ਇਹ ਜਿਹੜਾ ਲਖੂ ਖੱਤਰੀ ਸੀ ਨਾ, ਇਹਨੇ ਤਹਈਆ ਕਰ ਲਿਆ ਸੀ, ਇਹਦੀ ਮਾੜੀ ਸੋਚ ਸੀ। ਕਹਿੰਦਾ ਇੱਕ ਖੱਤਰੀ ਨੇ, ਇੱਕ ਬੇਦੀ ਸਤਿਗੁਰੂ ਨਾਨਕ ਨੇ ਇਹ ਸਿੱਖ ਧਰਮ ਆਰੰਭ ਕੀਤਾ ਤੇ ਇਹਨੂੰ ਖਤਮ ਵੀ ਹੁਣ ਇੱਕ ਖੱਤਰੀ ਕਰੂਗਾ। ਮੈਂ ਲਖੂ ਖੱਤਰੀ ਇਸ ਧਰਮ ਨੂੰ ਖਤਮ ਕਰ ਦਿਆਂਗਾ, ਇਸ ਧਰਮ ਦਾ ਨਾਮੋ ਨਿਸ਼ਾਨ ਦੁਨੀਆ ਦੇ ਉੱਤੇ ਮਿਟਾ ਦਿਆਂਗਾ। ਇਸ ਕਰਕੇ ਦੁਨੀਆ ਦੇ ਲੋਕਾਂ ਨੂੰ, ਪ੍ਰਜਾ ਦੇ ਲੋਕਾਂ ਨੂੰ ਇਹਨੇ ਤਾਕੀਦ ਕੀਤੀ ਸੀ, ਢੰਡੋਰਾ ਪਟਵਾ ਦਿੱਤਾ ਸੀ, ਕੋਈ ਵੀ ਗੁਰੂ ਗੁਰੂ ਨਹੀਂ ਜਪੇਗਾ
ਤੇ ਕੋਈ ਗੁੜ ਵੀ ਨਹੀਂ ਆਖੇਗਾ। ਉੱਥੋਂ ਹੀ ਇਹ ਸ਼ਬਦ ਪ੍ਰਚਲਿਤ ਹੋਏ ਆ ਨਾ। ਇਹਨੇ ਆਖਿਆ ਸੀ ਵੀ ਗੁੜ ਨਹੀਂ ਕਹਿਣਾ, ਇਹਨੂੰ ਤੁਸੀਂ ਮਿੱਠਾ ਕਹਿ ਲਓ, ਇਹਨੂੰ ਰੋੜੀ ਕਹਿ ਲਓ, ਇਹਨੂੰ ਭੇਲੀ ਕਹਿ ਲਓ। ਇਹ ਸ਼ਬਦ ਉਦੋਂ ਪ੍ਰਚਲਿਤ ਹੋਏ ਸਨ, ਪਹਿਲਾਂ ਗੁੜ ਹੀ ਕਹਿੰਦੇ ਸਨ ਸਾਰੇ। ਤਾਂ ਇਹਨੇ ਫਿਰ ਸਾਰਿਆਂ ਨੂੰ ਇਹ ਕਹਿਣਾ ਸ਼ੁਰੂ ਕਰ ਦਿੱਤਾ ਕਿ ਗੁੜ ਨੂੰ ਮਿੱਠਾ ਕਹਿਣਾ, ਮਿਠਾਈ ਕਹਿਣਾ, ਭੇਲੀ ਕਹਿਣੀ ਹੈ, ਰੋੜੀ ਕਹਿਣੀ ਹੈ, ਗੁੜ ਨਹੀਂ ਕਹਿਣਾ ਕਿਸੇ ਨੇ। ਚੌਪਈ ਤਬ ਲੱਖੂ ਨੇ ਹੋਕਾ ਦਿਵਾਇਓ। ਲੱਖੂ ਨੇ ਪਰਜਾ ਵਿੱਚ ਇਹ ਹੋਕਾ ਦਵਾ ਦਿੱਤਾ, ਡੌਂਡੀ ਪਟਵਾ ਦਿੱਤੀ। ਨਾਨਕ ਕੋ ਨਾਨੂ ਕਹਾਇਓ। ਐਸਾ ਦੁਸ਼ਟ ਸੀ ਇਹ ਲੱਖੂ ਖੱਤਰੀ। ਇਹਨੇ ਆਖਿਆ ਬਈ ਕਿਸੇ ਨੇ ਗੁਰੂ ਨਾਨਕ ਨੂੰ ਗੁਰੂ ਨਾਨਕ ਕਹਿ ਕੇ ਨਹੀਂ ਯਾਦ ਕਰਨਾ। ਗੁਰੂ ਨਾਨਕ ਦੇਵ ਜੀ ਦਾ ਬੜੀ ਬੇਅਦਬੀ ਦੇ ਸਹਿਤ ਅੱਧਾ ਨਾਮ ਇਹ ਲੈਂਦਾ ਹੁੰਦਾ ਸੀ। ਲੋਕਾਂ ਨੂੰ ਵੀ ਕਹਿੰਦਾ ਸੀ ਤੁਸੀਂ ਨਾਨਕ ਨਹੀਂ ਕਹਿਣਾ, ਤੁਸੀਂ ਨਾਨੂ ਕਹਿਣਾ ਹੈ। ਨਾਨਕ ਬਾਣੀ ਸੁਨੇ ਸੋ ਕਾਨ। ਤੇ ਫਿਰ ਜਿਹੜਾ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਪੜ੍ਹਦਾ ਸੀ ਜਾਂ ਕੰਨਾਂ ਦੇ ਨਾਲ ਜਿਹੜਾ ਕੋਈ ਸੁਣਦਾ ਸੀ, ਆਏ ਕੁਰਾਬੋ ਮੁਸਲਮਾਨ, ਤੇ ਇਹਨੇ ਡੌਂਡੀ ਪਟਵਾ ਦਿੱਤੀ ਸੀ, ਉਹਨਾਂ ਨੂੰ ਮੈਂ ਮੁਸਲਮਾਨ ਬਣਾ ਦਿਆਂਗਾ। ਉਹਨਾਂ ਨੂੰ, ਹਿੰਦੂਆਂ ਨੂੰ, ਸਿੱਖਾਂ ਨੂੰ, ਜਿਹੜੇ ਬਾਣੀ ਪੜ੍ਹਨ ਵਾਲੇ ਸਨ, ਸਾਰਿਆਂ ਨੂੰ ਮੈਂ ਮੁਸਲਮਾਨ ਬਣਾ ਦੇਵਾਂਗਾ ਫੜ ਕੇ। ਗ੍ਰੰਥ ਪੋਲੀ ਹੱਥ ਆਵੇ ਵਾਹੀ। ਸੋ ਗ੍ਰੰਥ ਦੀ ਪੋਥੀ ਜਿਹੜੀ ਵੀ ਗੁਰਬਾਣੀ ਦੀ, ਗੁਟਕਾ ਸਾਹਿਬ ਕੋਈ ਪੋਥੀ ਇਹਨਾਂ ਦੇ ਹੱਥ ਆ ਜਾਂਦੀ, ਫੜੀ ਜਾਂਦੀ ਕਿਸੇ ਤੋਂ, ਮਦ ਦਰਿਆਵੇ ਡੁਬਾਵੇ ਤਾਹੇ। ਉਸ ਪੋਥੀ ਨੂੰ, ਗੁਰਬਾਣੀ ਦੇ ਗੁਟਕਾ ਸਾਹਿਬ ਨੂੰ, ਨਿਤਨੇਮ ਨੂੰ, ਗੁਰਬਾਣੀ ਦੀਆਂ ਪੋਥੀਆਂ ਨੂੰ ਇਹ ਦਰਿਆ ਵਿੱਚ ਜਾਂ ਖੂਹਾਂ ਵਿੱਚ ਸੁਟਵਾ ਦਿੰਦਾ ਸੀ। ਐਨੀ ਬੇਅਦਬੀ ਇਸ ਨੇ ਗੁਰਬਾਣੀ ਦੀ ਕਰਵਾਈ ਸੀ। ਕਹਿ ਮੈਂ ਨਾਨਕ ਪੰਥ ਮਿਟਾਊਂ। ਤੇ ਲੱਖੂ ਦੁਸ਼ਟ ਇਹ ਕਹਿੰਦਾ ਸੀ ਕਿ ਮੈਂ ਗੁਰੂ ਨਾਨਕ ਦੇਵ ਜੀ ਦੇ ਸਿੱਖ ਪੰਥ ਨੂੰ ਮਿਟਾ ਦਿਆਂਗਾ, ਖਤਮ ਕਰ ਦਿਆਂਗਾ, ਨਾਮੋ ਨਿਸ਼ਾਨ ਨੇਸਤੋ ਨਬੂਦ ਕਰ ਦਿਆਂਗਾ। ਮੈਂ ਵੀ ਖੱਤਰੀ ਤਾਊਂ ਕਹਾਵੂੰ। ਕਹਿੰਦਾ ਗੁਰੂ ਨਾਨਕ ਦੇਵ ਜੀ ਵੀ ਖੱਤਰੀ ਸਨ, ਉਹਨਾਂ ਨੇ ਪੰਥ ਚਲਾਇਆ, ਪਰ ਮੈਂ ਇਹਦਾ ਖੁਰਾ ਖੋਜ ਮਿਟਾ ਕੇ ਹੀ ਆਪਣਾ ਖੱਤਰੀ ਨਾਮ ਕਹਾਵਾਂਗਾ, ਫਿਰ ਮੈਂ ਅਸਲੀ ਖੱਤਰੀ ਮੰਨਾਂਗਾ ਆਪਣੇ ਆਪ ਨੂੰ। ਦੋਹਰਾ ਜਬੇ ਜਗਤ ਮੈਂ ਜੋ ਭਈ ਸੁਣੀ ਬਾਤ ਦਰਗਾਹੇ। ਜਦੋਂ ਸੰਸਾਰ ਦੇ ਵਿੱਚ ਐਸਾ ਵਰਤਾਰਾ ਵਰਤਿਆ, ਐਸੇ ਪਾਪ ਕਰਮ ਹੋਣ ਲੱਗ ਪਏ, ਗੁਰਬਾਣੀ ਦੀ ਬੇਅਦਬੀ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਨਾਮ ਦੀ ਬੇਅਦਬੀ, ਸਿੱਖਾਂ ਦੇ ਉੱਤੇ ਜ਼ੁਲਮ, ਬੇਕਸੂਰੇ ਲੋਕਾਂ ਦਾ ਕਤਲ ਹੋਣ ਲੱਗ ਪਏ, ਤਾਂ ਉਸ ਵੇਲੇ ਲੋਕਾਂ ਨੇ ਪੁਕਾਰ ਕੀਤੀ ਪ੍ਰਮਾਤਮਾ ਦੇ ਚਰਨਾਂ ਵਿੱਚ, ਤੇ ਇਨਸਾਫ ਪਸੰਦ ਲੋਕਾਂ ਦੇ ਵੱਲੋਂ ਕੀਤੀਆਂ ਹੋਈਆਂ ਅਰਦਾਸਾਂ ਪ੍ਰਮਾਤਮਾ ਦੀ ਦਰਗਾਹ ਵਿੱਚ ਸੁਣੀਆਂ ਗਈਆਂ। ਤੋ ਪਰ ਖਾਦ ਕਰਤੇ ਪੁੱਛੈ ਜਹ ਕਹਾ ਹੀਰ ਜਾਏ। ਤੇ ਫਿਰ ਜਿੰਨੇ ਸੰਤ ਮਹਾਂਪੁਰਸ਼ ਨੇਕ ਰੂਹਾਂ ਪ੍ਰਮਾਤਮਾ ਦੀ ਦਰਗਾਹ ਵਿੱਚ ਉਹਦੇ ਹਜ਼ੂਰ ਵਸਦੇ ਐ, ਸੱਚਖੰਡ ਵਾਸੀ ਐ, ਉਹਨਾਂ ਸਾਰਿਆਂ ਨੇ ਪ੍ਰਮਾਤਮਾ ਨੂੰ, ਕਰਤੇ ਪੁਰਖ ਨੂੰ ਬੇਨਤੀ ਕੀਤੀ। ਕਹਿਣ ਲੱਗੇ ਜੀ ਆਪ ਜੀ ਦੀ ਕੀ ਰਜਾ ਹੈ ਪਰਮੇਸ਼ਰ, ਆਪ ਜੀ ਨੇ ਆ ਕੀ ਭਾਣਾ ਵਰਤਾਇਆ, ਸੰਸਾਰ ਵਿੱਚ ਕੀ ਵਰਤਾਰਾ ਵਰਤ ਰਿਹਾ ਹੈ। ਤੋ ਪਈ ਤਵੇ ਪ੍ਰਖਾਦ ਐਸੀ ਕਹੀ। ਉਸ ਵੇਲੇ ਇਹ ਜਿਹੜੇ ਦਰਗਾਹ ਦੇ ਦਰਬਾਰੀ ਸੰਤ ਮਹਾਂਪੁਰਖ ਨੇਕ ਰੂਹਾਂ ਸਨ, ਉਹਨਾਂ ਨੇ ਜਦੋਂ ਐਸੀ ਬੇਨਤੀ ਕੀਤੀ ਅਕਾਲ ਪੁਰਖ ਨੂੰ, ਨਾਨਕ ਕੀ ਨਿੰਦਿਆ ਜਗ ਭਈ। ਕਹਿੰਦੇ ਹੇ ਪਰਮੇਸ਼ਰ ਜੀ, ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜਿਹੜੇ ਇਕੱਲੇ ਸਿੱਖਾਂ ਦੇ ਨਹੀਂ, ਸਰਬ ਮਾਨਵਤਾ ਦੇ ਸਾਂਝੇ ਰਹਿਬਰ ਹੈ, ਸਾਰਿਆਂ ਦੇ ਸਾਂਝੇ ਗੁਰੂ ਹੈ, ਉਹਨਾਂ ਦੇ ਨਾਮ ਦੀ ਵੀ ਇਹਨਾਂ ਦੁਸ਼ਟਾਂ ਨੇ ਨਿੰਦਿਆ ਕਰਨੀ ਸ਼ੁਰੂ ਕੀਤੀ ਹੈ ਸੰਸਾਰ ਵਿੱਚ। ਤੁਮ ਤਾਕੋ ਕੁਛ ਵਟਾ ਨਾ ਲਾਇਓ। ਤੇ ਹੇ ਵਾਹਿਗੁਰੂ, ਹੁਣ ਤੱਕ ਤੁਸੀਂ ਉਹਨਾਂ ਨੂੰ ਕੋਈ ਵੱਟਾ ਹੀ ਨਹੀਂ ਲਾਇਆ, ਕੋਈ ਉਹਨਾਂ ਨੂੰ ਸਜ਼ਾ ਨਹੀਂ ਦਿੱਤੀ। ਜੋ ਅੰਧੇਰਾ ਵੇ ਜਗ ਮੈਂ ਆਇਓ। ਜੇਕਰ ਸੰਸਾਰ ਦੇ ਵਿੱਚ ਹਨੇਰਾ ਇਸ ਪ੍ਰਕਾਰ ਦਾ ਹੁਣ ਪਾਪਾਂ ਦਾ ਪਸਰਿਆ ਹੋਇਆ ਹੈ, ਦੋਹਰਾ ਜਿਮ ਅੰਧੇਰੇ ਘਰ ਦੀਪ ਹੋਏ, ਮਦ ਸੂਰਜ ਚੜੇ ਆਕਾਸ਼। ਜੇ ਘਰ ਦੇ ਵਿੱਚ ਹਨੇਰਾ ਹੋਵੇ ਤੇ ਦੀਵਾ ਜਗਾ ਲਿਆ ਜਾਂਦਾ, ਤੇ ਦਿਨ ਰਾਤ ਦਾ ਜਿਹੜਾ ਹਨੇਰਾ ਉਹ ਜਦੋਂ ਆਕਾਸ਼ ਦੇ ਵਿੱਚ ਸੂਰਜ ਚੜ੍ਹਦਾ ਉਸ ਵੇਲੇ ਦੂਰ ਹੁੰਦਾ ਹੈ। ਸਿਮ ਥੀ ਬਾਣੀ ਨਾਨਕੈ ਸੁਨ ਜਗ ਹੋਤ ਪ੍ਰਕਾਸ਼। ਇਸੇ ਤਰ੍ਹਾਂ ਸਤਿਗੁਰੂ ਨਾਨਕ ਦੇਵ ਜੀ ਦੀ ਬਾਣੀ ਹੈ, ਅਗਿਆਨਤਾ ਦਾ ਹਨੇਰਾ ਲੋਕਾਂ ਦੇ ਮਨਾਂ ਵਿੱਚ ਛਾਇਆ ਹੋਇਆ ਹੈ। ਇਸ ਅਗਿਆਨਤਾ ਦੇ ਹਨੇਰੇ ਨੂੰ ਚੱਕਣ ਵਾਸਤੇ ਸਤਿਗੁਰੂ ਨਾਨਕ ਦੇਵ ਜੀ ਨੇ ਬਾਣੀ ਪ੍ਰਗਟ ਕੀਤੀ ਦੁਨੀਆਂ ਵਿੱਚ। ਗੁਰਬਾਣੀ ਇਸ ਜਗ ਮੈਂ ਚਾਨਣ, ਕਰਮ ਵਸੈ ਮਨ ਆਏ। ਇਹ ਬਾਣੀ ਉਹਨਾਂ ਨੇ ਸੰਸਾਰ ਦੇ ਭਲੇ ਦੇ ਵਾਸਤੇ
ਸੰਸਾਰ ਦੇ ਵਿੱਚ ਪ੍ਰਗਟ ਕੀਤੀ ਹੈ ਆਪਣੀ ਰਸਨਾ ਦੁਆਰਾ, ਪਰ ਉਸ ਬਾਣੀ ਦੀ ਬੇਅਦਬੀ ਇਹ ਲੱਖੂ ਦੀਵਾਨ ਵਰਗੇ ਕਰ ਰਹੇ ਆ, ਸੋ ਸ਼ਾਹ ਨਵਾਜ਼ ਵਰਗੇ ਕਰ ਰਹੇ ਆ। ਖਾਲਸੇ ਉੱਤੇ ਵਿਪਤਾ ਦਾ ਸਮਾਂ ਵਾਹਿਗੁਰੂ, ਤੁਸੀਂ ਕਿਉਂ ਨਹੀਂ ਉਹਨਾਂ ਪਾਪੀਆਂ ਨੂੰ ਕੋਈ ਸਜ਼ਾ ਦਿੰਦੇ? ਕੀ ਤੁਹਾਡਾ ਭਾਣਾ ਸਾਨੂੰ ਸਮਝ ਨਹੀਂ ਆਉਂਦੀ। ਇਸ ਪ੍ਰਕਾਰ ਦੀਆਂ ਬੇਨਤੀਆਂ ਕਰ ਰਹੇ ਹਨ। ਸਭ ਕਰਤੇ ਮੈਂ ਜੋ ਫਰਮਾਈ। ਉਸ ਵੇਲੇ ਕਰਤਾ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਨੇ ਇਉਂ ਬਚਨ ਕੀਤਾ। ਨਿੰਦਕ ਦਿਓ ਸਜਾਏ ਬਣਾਈ। ਕਹਿਣ ਲੱਗੇ ਜਿੰਨੇ ਨਿੰਦਕ ਹੈ ਗੁਰੂ ਨਾਨਕ ਦੇ ਘਰ ਦੇ, ਜਿੰਨੇ ਗੁਰਬਾਣੀ ਦੀ ਬੇਅਦਬੀ ਕਰਨ ਵਾਲੇ ਹੈ, ਤੁਸੀਂ ਵੇਖਿਓ ਹੁਣ ਇਹਨਾਂ ਨੂੰ ਇਹਨਾਂ ਦੀ ਕੀਤੀ ਦਾ ਫਲ ਭੁਗਤਾਉਣਾ, ਭਾਰੀ ਸਜ਼ਾਵਾਂ ਮਿਲਣਗੀਆਂ। ਜਿਨ ਕੀਨੀ ਜੋ ਤਿਸੈ ਪੁਚਾਵੋ। ਜਿਨ੍ਹਾਂ ਜਿਨ੍ਹਾਂ ਨਿੰਦਕਾਂ ਨੇ ਗੁਰੂ ਨਾਨਕ ਦੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੀ ਨਿੰਦਿਆ ਕੀਤੀ ਹੈ, ਗੁਰੂ ਸਾਹਿਬ ਦੀ ਨਿੰਦਿਆ ਕੀਤੀ ਹੈ, ਉਹਨਾਂ ਨੂੰ ਉਹਨਾਂ ਦੀ ਕੀਤੀ ਦਾ ਫਲ ਮੈਂ ਹੁਣੇ ਭੁਗਤਾਉਂਦਾ ਹਾਂ। ਤੁਰਤ ਸੋ ਤਿਸੀ ਅੱਗੇ ਲਿਆਵੋ। ਤੁਰਤ ਫੁਰਤ ਹੀ ਉਹਨਾਂ ਦੇ ਮਾੜੇ ਕਰਮਾਂ ਨੂੰ ਡਿਸਪਲੇ ਦੇ ਉੱਤੇ ਲਿਆਵਾਂਗਾ, ਸਾਹਮਣੇ ਲਿਆ ਕੇ ਉਹਨਾਂ ਨੂੰ ਦੋਸ਼ੀ ਸਿੱਧ ਕਰਾਂਗਾ। ਜਬ ਕਰਤੇ ਨੇ ਐਸੀ ਕਹੀ। ਜਦੋਂ ਅਕਾਲ ਪੁਰਖ ਵਾਹਿਗੁਰੂ ਨੇ ਐਸੇ ਬਚਨ ਕੀਤੇ, ਕਹਿਨੇ ਹਾਰ ਨੂੰ ਵੈਸੀ ਠਈ। ਤੇ ਕਰਨਹਾਰ ਜਿਹੜੀ ਹੋਣੀ ਹੈ ਉਹ ਤਾਂ ਪ੍ਰਮਾਤਮਾ ਦੇ ਚਰਨਾਂ ਵਿੱਚ ਹਮੇਸ਼ਾ ਹੱਥ ਬੰਨ ਕੇ ਖੜੀ ਰਹਿੰਦੀ ਆ। ਤਾਂ ਹੋਣਹਾਰ ਨੂੰ ਜਦੋਂ ਐਸਾ ਇਸ਼ਾਰਾ ਹੋਇਆ ਵਾਹਿਗੁਰੂ ਪਰਮੇਸ਼ਰ ਦੇ ਵੱਲੋਂ, ਤੇ ਉਹਨੇ ਫਿਰ ਵਾਹਿਗੁਰੂ ਦੀ ਰਜ਼ਾ ਦੇ ਮੁਤਾਬਕ ਉਹਨਾਂ ਦੋਸ਼ੀਆਂ ਨੂੰ ਕੀਤੀ ਦਾ ਕਰਨੀ ਦਾ ਫਲ ਭੁਗਤਾਉਣ ਦੀ ਠਾਣ ਲਈ। ਖੜਿਓ ਕਰਾਇਓ ਕਾਬਲੋ ਸਾਹੇ। ਉਸ ਵੇਲੇ ਫਿਰ ਕਾਬਲ ਦੇ ਸ਼ਹਿਰ ਦੇ ਵਿੱਚੋਂ ਅਹਿਮਦ ਸ਼ਾਹ ਅਬਦਾਲੀ ਹੈ ਜਿਹੜਾ, ਉਹਨੂੰ ਤਿਆਰ ਕਰ ਦਿੱਤਾ। ਉਹਦੇ ਮਨ ਵਿੱਚ ਫੁਰਨਾ ਪੈਦਾ ਕਰ ਦਿੱਤਾ ਬਈ ਜਾ ਕੇ ਭਾਰਤ ਦੇ ਉੱਤੇ, ਹਿੰਦੁਸਤਾਨ ਦੇ ਉੱਤੇ ਹਮਲਾ ਕਰਾਂ, ਲੁੱਟ ਖਸੁੱਟ ਕਰਾਂ। ਤੇ ਉਸ ਲੁੱਟ ਖਸੁੱਟ ਦੇ ਦੌਰਾਨ ਸਭ ਤੋਂ ਪਹਿਲਾ ਰਸਤਾ ਤਾਂ ਲਾਹੌਰ ਦੇ ਰਾਹੀਂ ਆਉਣਾ ਸੀ, ਇੱਧਰ ਦਾਖਲ ਹੋਣ ਵਾਸਤੇ, ਦਿੱਲੀ ਨੂੰ ਜਾਣ ਵਾਸਤੇ। ਉਹਦੇ ਮਨ ਵਿੱਚ ਇਹ ਫੁਰਨਾ ਪੈਦਾ ਕਰ ਦਿੱਤਾ, ਜਦੋਂ ਜਦੋਂ ਵੀ ਸਾਧ ਸੰਗਤ ਜੀ ਬੇਦੋਸ਼ਾਂ ਦੇ ਉੱਤੇ, ਬੇਕਸੂਰਾਂ ਦੇ ਉੱਤੇ ਜ਼ੁਲਮ ਹੁੰਦਾ, ਤੇ ਜਿਹੜੀ ਭਾਵੀ ਹੈ, ਕਰਨਹਾਰ ਹੈ, ਵਾਹਿਗੁਰੂ ਕਰਤੇ ਦੀ ਕੁਦਰਤ ਕਹਿ ਲਓ ਜਾਂ ਵਾਹਿਗੁਰੂ ਪਰਮੇਸ਼ਰ ਦੀ ਰਜ਼ਾ ਕਹਿ ਲਓ, ਐਸੀ ਵਰਤਦੀ ਆ, ਫਿਰ ਦੁਨੀਆ ਦੇ ਉੱਤੇ ਬਹੁਤ ਵੱਡਾ ਕਹਿਰ ਵਾਪਰਦਾ। ਪੁਰਾਣੇ ਸਮੇਂ ਵਿੱਚ ਵੇਖ ਲਓ ਤੇ ਭਾਵੇਂ ਮੌਜੂਦਾ ਸਮੇਂ ਵਿੱਚ ਵੇਖ ਲਓ, ਆ ਜਦੋਂ ਤੋਂ ਗੁਰੂ ਗ੍ਰੰਥ ਮਹਾਰਾਜ ਸੱਚੇ ਪਾਤਸ਼ਾਹ ਜੀ ਦੀਆਂ ਬੇਅਦਬੀ ਦੀਆਂ ਘਟਨਾਵਾਂ ਆਮ ਹੀ ਵਾਪਰਨੀਆਂ ਸ਼ੁਰੂ ਹੋ ਗਈਆਂ ਸਨ, ਉਸ ਤੋਂ ਬਾਅਦ ਫਿਰ ਇਕੱਲੇ ਪੰਜਾਬ ਨਹੀਂ, ਇਕੱਲੇ ਭਾਰਤ ਨਹੀਂ, ਪੂਰੀ ਦੁਨੀਆ ਦੇ ਉੱਤੇ ਕੈਸਾ ਕਹਿਰ ਛਾਇਆ ਸੀ। ਥਾਂ ਪੁਰ ਥਾਂ ਦੇ ਉੱਤੇ ਸਾਧ ਸੰਗਤ ਜੀ ਸਭ ਦੇ ਸਾਹ ਬੰਦ ਹੋ ਗਏ ਸਨ। ਇਹ ਆਪਾਂ ਕਹੀ ਜਾਂਦੇ ਆ ਆਪਣੇ ਕਿਆਸੇ, ਆਪਣੇ ਅੰਦਾਜ਼ੇ, ਫਲਾਣੇ ਦੇਸ਼ ਨੇ ਕਰੋਨਾ ਬਣਾ ਦਿੱਤਾ ਜੀ, ਫਲਾਣੇ ਨੇ ਕਰ ਦਿੱਤਾ। ਭਾਵਨਾ ਦੇ ਨਾਲ ਸੋਚ ਕੇ ਵੇਖਿਓ ਗੁਰਮੁਖੋ, ਸਰਬ ਸਾਂਝੀ ਵਾਲਤਾ ਦੇ ਰਹਿਬਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਜਦੋਂ ਬੇਅਦਬੀ ਦੀਆਂ ਘਟਨਾਵਾਂ ਇੰਨੀਆਂ ਵਾਪਰਨੀਆਂ ਸ਼ੁਰੂ ਹੋ ਗਈਆਂ, ਮੌਕੇ ਦੇ ਜਿਹੜੇ ਜ਼ਿੰਮੇਵਾਰ ਲੋਕ ਸਨ ਉਹਨਾਂ ਨੇ ਇਨਸਾਫ ਕਰਨ ਤੋਂ ਕੁਤਾਹੀ ਕੀਤੀ। ਇਨਸਾਫ ਮੰਗਣ ਵਾਲਿਆਂ ਦੇ ਉੱਤੇ ਕਦੇ ਕੋਟਕਪੂਰੇ ਵਿੱਚ ਗੋਲੀਆਂ ਚਲਾ ਦਿੱਤੀਆਂ, ਬਹਿਬਲ ਕਲਾਂ ਸਿੰਘ ਸ਼ਹੀਦ ਕਰ ਦਿੱਤੇ, ਬਰਗਾੜੀ ਦੀਆਂ ਗਲੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪੱਤਰੇ ਰੋਲੇ ਗਏ, ਥਾਂ ਪੁਰ ਥਾਂ ਹੋਰ ਕਿੰਨੀਆਂ ਘਟਨਾਵਾਂ, ਹੁਣ ਤਾਂ ਗਿਣਤੀ ਮਿਣਤੀ ਨਹੀਂ ਰਹੀ ਕੋਈ। ਤੇ ਉਹਦਾ ਫਿਰ ਅਕਾਲ ਪੁਰਖ ਵਾਹਿਗੁਰੂ ਨੇ ਕੋਈ ਫਲ ਤਾਂ ਭੁਗਤਾਉਣਾ ਹੀ ਸੀ ਨਾ, ਦੁਨੀਆ ਨੂੰ ਤਾਂ ਕੁਝ ਦੱਸਣਾ ਹੀ ਸੀ ਨਾ, ਆਪਣੀ ਹੋਂਦ ਤਾਂ ਦੱਸਣੀ ਸੀ। ਤੇ ਉਸ ਤੋਂ ਬਾਅਦ ਹੀ ਫਿਰ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਰੋਨਾ ਕਾਲ ਵੀ ਆਇਆ ਤੇ ਕਿੰਨਾ ਕਹਿਰ ਵਾਪਰਿਆ ਦੁਨੀਆ ਦੇ ਉੱਤੇ। ਇਹ ਸਭ ਕੁਝ ਐਵੇਂ ਨਹੀਂ, ਕਿਸੇ ਦਾ ਬਣਾਇਆ ਹੋਇਆ ਨਹੀਂ ਕੁਝ ਵੀ ਹੋਇਆ, ਵਾਹਿਗੁਰੂ ਦੀ ਰਜ਼ਾ ਦੇ ਵਿੱਚ ਸਭ ਕੁਝ ਹੋਇਆ। ਤਾਂ ਜਿਸ ਵੇਲੇ ਫਿਰ ਇਹ ਅਕਾਲ ਪੁਰਖ ਵਾਹਿਗੁਰੂ ਦੇ ਦਰ ਲੋਕਾਂ ਦੀਆਂ ਪੁਕਾਰਾਂ ਜਦੋਂ ਗਈਆਂ, ਜਦੋਂ ਹਿਰਦੇ ਤੋਂ ਅਰਦਾਸਾਂ ਬੇਨਤੀਆਂ ਕੀਤੀਆਂ ਜਾਂਦੀਆਂ, ਤੇ ਵਾਹਿਗੁਰੂ ਪਹਿਲਾਂ ਤਾਂ ਸਮਾਂ ਦਿੰਦਾ ਦੋਸ਼ੀਆਂ ਨੂੰ ਵੀ ਚਲੋ ਕੋਈ ਨਹੀਂ, ਇੱਕ ਪਾਪ ਕਰ ਲਿਆ ਬਚ ਜਾਣਗੇ, ਤੌਬਾ ਕਰ ਲੈਣਗੇ, ਦੂਜਾ ਕਰ ਲਿਆ ਬਚ ਜਾਣਗੇ, ਤੌਬਾ ਕਰ ਲੈਣਗੇ। ਪਰ ਜਦੋਂ ਪਾਪ ਦੇ ਉੱਤੇ ਪਾਪ, ਪਾਪ ਦੇ ਉੱਤੇ ਪਾਪ ਕਰੀ ਜਾਣੇ ਆ, ਲੋਕਾਂ ਦੀ ਆਵਾਜ਼ ਨੂੰ ਸੁਣਨਾ ਹੀ ਨਹੀਂ। ਤੇ ਅੱਜ ਉਹਨਾਂ ਲੋਕਾਂ ਦੀ ਹਾਲਤ ਤੁਹਾਡੇ ਸਾਹਮਣੇ ਹੀ ਹੈ, ਜਿਹੜੇ ਜ਼ਿੰਮੇਵਾਰ ਸਨ, ਜਿਨ੍ਹਾਂ ਨੇ ਇਨਸਾਫ ਨਹੀਂ ਕੀਤਾ ਲੋਕਾਂ ਦੇ ਨਾਲ,
ਗੁਰੂ ਗ੍ਰੰਥ ਪੰਥ ਮਹਾਰਾਜ ਸੱਚੇ ਪਾਤਸ਼ਾਹ ਦੀ ਆਨ ਬਾਨ ਸ਼ਾਨ ਦੇ ਨਾਲੋਂ ਆਪਣੀ ਕੁਰਸੀ ਨੂੰ ਪਿਆਰਾ ਸਮਝਿਆ। ਕੀ ਹਾਲਤ ਆ ਉਹਨਾਂ ਲੋਕਾਂ ਦੀ। ਫਿਰ ਨਾਲ ਨਾਲ ਜਿਹੜੇ ਲੋਕ ਮੂਕ ਦਰਸ਼ਕ ਬਣ ਕੇ ਵੇਖਦੇ ਰਹੇ, ਕਿਉਂਕਿ ਜਿੱਥੇ ਜ਼ੁਲਮ ਕਰਨਾ ਪਾਪ ਹੈ ਤੇ ਜ਼ੁਲਮ ਨੂੰ ਵੇਖ ਕੇ ਚੁੱਪ ਰਹੀ ਜਾਣਾ ਉਹ ਉਸ ਤੋਂ ਵੀ ਵੱਡਾ ਪਾਪ ਹੁੰਦਾ। ਇਸ ਕਰਕੇ ਸਜ਼ਾ ਦੇ ਘੇਰੇ ਵਿੱਚ ਸਾਰੇ ਹੀ ਆ ਗਏ। ਵਾਹਿਗੁਰੂ ਪਰਮੇਸ਼ਰ ਨੇ ਫਿਰ ਐਸੀ ਕਲਾ ਵਰਤਾਈ ਸੀ। ਜਦੋਂ ਜਦੋਂ ਵੀ ਐਸਾ ਹੁੰਦਾ ਤੇ ਸਾਧ ਸੰਗਤ ਜੀ, ਫਿਰ ਜਦੋਂ ਉਸ ਵੇਲੇ ਇਹ ਵਾਪਰਿਆ ਨਾ ਤੇ ਕਾਬਲ ਸ਼ਹਿਰ ਦੇ ਵਿੱਚੋਂ ਫਿਰ ਅਹਿਮਦ ਸ਼ਾਹ ਅਬਦਾਲੀ ਦੇ ਮਨ ਵਿੱਚ ਹੋਣੀ ਨੇ ਭਾਵੀ ਨੇ ਇਹ ਪ੍ਰੇਰਨਾ ਕੀਤੀ ਆ, ਉਹਨੂੰ ਤਿਆਰ ਕਰ ਦਿੱਤਾ ਹੈ ਕਿ ਹਿੰਦੁਸਤਾਨ ਦੇ ਉੱਤੇ ਜਾ ਕੇ ਹਮਲਾਵਰ ਹੋਵਾਂ। ਸੋ ਤਰਾਇਓ ਲਾਹੌਰੇ ਰਾਹੇ। ਤੇ ਉਹਨੂੰ ਪ੍ਰੇਰਨਾ ਕਰਕੇ ਹੋਣੀ ਨੇ ਲਾਹੌਰ ਦੇ ਰਸਤੇ ਨੂੰ ਤੋਰ ਦਿੱਤਾ ਹੈ। ਹੁਣ ਇਹ ਅਹਿਮਦ ਸ਼ਾਹ ਅਬਦਾਲੀ ਕਿਵੇਂ ਆ ਕੇ ਪੰਜਾਬ ਦੀ ਧਰਤੀ ਦੇ ਵਿੱਚੋਂ ਲੰਘੇਗਾ, ਲਾਹੌਰ ਆ ਕੇ ਇਹ ਲੱਖੂ ਸ਼ਾਹ ਦੇ ਨਾਲ ਕੀ ਵਾਪਰਦੀ ਹੈ ਤੇ ਸ਼ਾਹ ਨਵਾਜ਼ ਦੇ ਨਾਲ ਇਹਦਾ ਕੀ ਵਰਤਾਰਾ ਹੋਏਗਾ, ਅੱਗੇ ਫਿਰ ਇਹ ਦਿੱਲੀ ਤੱਕ ਰਸਤੇ ਵਿੱਚ ਕਿਵੇਂ ਜਾਏਗਾ, ਜਾ ਕੇ ਅੱਗੇ ਸਰਹੰਦ ਉੱਥੇ ਫਿਰ ਜੰਗ ਹੋਣੀ ਹੈ, ਲੜਾਈ ਹੋਣੀ ਹੈ। ਤੇ ਅਹਿਮਦ ਸ਼ਾਹ ਅਬਦਾਲੀ ਕਿਵੇਂ ਕਿਵੇਂ ਇਹ ਫਿਰ ਇੰਨੀਆਂ ਫੌਜਾਂ ਦਾ ਮਾਲਕ ਬਣਿਆ, ਉਹ ਸਾਰਾ ਇਤਿਹਾਸ ਜਿਵੇਂ ਇਹ ਨਾਦਰ ਸ਼ਾਹ ਦੇ ਨਾਲ ਆਇਆ ਸੀ ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਖੋਲ੍ਹ ਕੇ ਥੋੜ੍ਹਾ ਜਿਹਾ ਵਿਚਾਰਾਂਗੇ। ਕਥਾ ਵਿਚਾਰਾਂ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਰਹਿਮਤਾਂ ਵਰਤਾਉਣ। ਖਾਲਸੇ ਪੰਥ ਦਾ ਇਹ ਇਤਿਹਾਸ ਭਾਵਨਾ ਸਹਿਤ, ਸ਼ੁੱਧਤਾ ਸਹਿਤ ਆਪ ਸੰਗਤਾਂ ਨੂੰ ਸੁਣਾਉਣ ਦੀ ਸੇਵਾ ਹੋ ਸਕੇ। ਚੜ੍ਹਦੀ ਕਲਾ ਵਾਸਤੇ ਆਪ ਜੀ ਨੇ ਅਰਦਾਸ ਕਰਨੀ। ਆਓ ਸਮਾਪਤੀ ਦੀਆਂ ਤੁਕਾਂ ਨੂੰ ਦੁਹਰਾ ਕੇ ਫਿਰ ਗੁਰਫਤਿਹ ਦੀ ਸਾਂਝ ਕਰਾਂਗਾ। ਉਸ ਤੋਂ ਬਾਅਦ ਮੇਰੀ ਕੌਮ ਦੇ ਬਹੁਤ ਹੀ ਸਤਿਕਾਰਯੋਗ ਵਿਦਵਾਨ ਸੋ ਭਾਈ ਸੁਲੱਖਣ ਸਿੰਘ ਜੀ ਰਿਆੜ ਸਾਹਿਬ, ਉਹ ਆਪ ਜੀ ਦੇ ਦੀਦਾਰ ਕਰਨਗੇ ਇਸ ਮੰਚ ਤੋਂ। ਆਪ ਜੀ ਦੇ ਨਾਲ ਗੁਰ ਇਤਿਹਾਸ ਔਰ ਸਤਿਗੁਰੂ ਜੀ ਦੀ ਮਹਿਮਾ ਦੇ ਵਿੱਚ ਵਾਰਾਂ, ਖਾਲਸੇ ਦਾ ਇਤਿਹਾਸ, ਗੁਰਮਤਿ ਦੀਆਂ ਵਿਚਾਰਾਂ ਆਪ ਨਾਲ ਸਾਂਝੀਆਂ ਕਰਨਗੇ। ਉਹਨਾਂ ਦਾ ਜੀ ਆਇਆਂ ਨੂੰ ਬਹੁਤ ਸਤਿਕਾਰ ਹੈ। ਸੋ ਆਓ ਸੰਗਤ ਜੀ ਸਮਾਪਤੀ ਦੀਆਂ ਤੁਕਾਂ ਨੂੰ ਦੁਹਰਾ ਕੇ ਗੁਰਫਤਿਹ ਦੀ ਸਾਂਝ ਕਰੀਏ ਜੀ। ਖੜੋ ਕਰਾਇਓ ਕਾਬਲਿਓ ਸਾਹੇ, ਸੋ ਤਰਾਇਓ ਲਾਹੌਰੇ ਜਰਾਹੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।